ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਪੂਰਾ ਜਿਨ ਸਿਮਰਿਆ ਸਈ ਭੈ ਨਿਹਾਲ। ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਿਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀ। ਬਿਨ ਸ਼ਬਦੈ ਜਗ ਬਰਲਿਆ। ਬਿਨ ਸ਼ਬਦੈ ਜਗਤ ਬਰਲਿਆ। ਕਹਿਣਾ ਕਛੂ ਨ ਜਾਏ। ਹਰ ਰੱਖੇ ਸੇ ਉਬਰੇ। ਸ਼ਬਦ ਰਹੇ ਲਿਵ ਲਾਏ। ਬਿਨ ਸ਼ਬਦੈ ਜਗਤ ਬਰਲਿਆ। ਕਹਿਣਾ ਕਛੂ ਨ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ। ਰਾਜਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ ਉਪਮ ਮਹਾਨ। ਗੁਰ ਜੈਸਾ ਨਾਹੀ ਕੋ ਦੇਵ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਮਦਮੇ ਟਕਸਾਲ ਦੇ ਮਹਾਂਪੁਰਖ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਿਨਾਂ ਦੇ ਯਾਦਗਾਰ ਸਥਾਨ ਗੁਰਦੁਆਰਾ ਅਕਾਲ ਦਰਬਾਰ ਸਾਹਿਬ ਵਿਖੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸੱਜੇ। ਨਿਤਨੇਮ ਦੀਆਂ ਗੁਰਬਾਣੀਆਂ ਦੇ ਜਾਪ। ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੇ ਜਾਪ। ਸਤਿਗੁਰੂ ਜੀ ਦੀ ਹਰਿ ਕੀ ਬਾਣੀ ਦੇ ਸ੍ਰੀ ਮੁਖ ਵਾਕ ਸ਼ਰਵਣ ਕਰਕੇ ਉਪਰੰਤ ਪਾਵਨ ਧੁਰ ਕੀ ਗੁਰਬਾਣੀ ਆਸਾ ਦੀ ਵਾਰ ਦਾ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਆਪਾਂ ਨੇ ਸ਼ਰਵਣ ਕੀਤਾ ਹੈ। ਹੁਣ ਸਮਾਂ ਹੋਇਆ ਹੈ ਜੋ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਚੱਲ ਰਹੀ ਹੈ। ਜਿਸ ਤਰ੍ਹਾਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮੁਬਾਰਕ ਰਸਨਾ ਤੋਂ ਇਸ ਭੁੱਲੇ ਹੋਏ ਜਗਤ ਨੂੰ ਸੱਚ ਦਾ ਰਸਤਾ ਦਿਖਾਉਣ ਵਾਸਤੇ, ਸੱਚ ਦੇ ਪਾਂਧੀ ਬਣਾਉਣ ਵਾਸਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ ਕਰਕੇ ਨਿਹਾਲ ਕਰ ਰਹੇ ਹਨ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸ਼ਬਦ ਸ਼ਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਾ ਕਰੀਏ ਜੀ। ਵਾਹਿਗੁਰੂ ਜੀ। ਬਿਨ ਸ਼ਬਦੈ ਜਗਤ ਬਰਲਿਆ।
ਕਹਿਣਾ ਕਛੂ ਨਾ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਭੁੱਲਿਆ ਹੋਇਆ ਹੈ। ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਕਿ ਨਾਮ ਤੋਂ ਬਿਨਾਂ ਸਾਰਾ ਸੰਸਾਰ ਇੱਕ ਪਾਗਲ ਮਨੁੱਖ ਦੀ ਤਰ੍ਹਾਂ ਤੁਰਿਆ ਫਿਰਦਾ ਹੈ। ਅਤੇ ਜਿਹੜੇ ਗੁਰਮੁਖ ਜਨ ਹਨ ਜੋ ਸਤਿਗੁਰੂ ਦੇ ਸੇਵਾ ਦੇ ਸਿਮਰਨ ਦੇ ਵਿੱਚ ਲੱਗਦੇ ਹਨ, ਉਹਨਾਂ ਨੂੰ ਇਸ ਸੰਸਾਰ ਦੇ ਵਿੱਚੋਂ ਲਾਹਾ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਬਿਨ ਸ਼ਬਦੈ ਜਗਤ ਬਰਲਿਆ, ਕਹਿਣਾ ਕਛੂ ਨਾ ਜਾਏ। ਕਿ ਪੂਰੇ ਗੁਰੂ ਤੋਂ ਬਿਨਾਂ, ਪੂਰੇ ਸਤਿਗੁਰੂ ਦੇ ਸ਼ਬਦ ਤੋਂ ਬਿਨਾਂ ਇਹ ਜਿਹੜਾ ਸੰਸਾਰ ਹੈ ਬਰਲਿਆ, ਕਮਲਾ ਹੋਇਆ ਫਿਰਦਾ ਹੈ, ਸ਼ੁਦਾਈ ਹੋਇਆ ਫਿਰਦਾ ਹੈ। ਅਤੇ ਸੰਸਾਰ ਦੇ ਵਿੱਚ ਕਿਸੇ ਨੂੰ ਕੁਝ ਵੀ ਆਖਿਆ ਨਹੀਂ ਜਾ ਸਕਦਾ। ਸਭ ਆਪਣੇ ਆਪ ਨੂੰ ਸਿਆਣੇ ਹੀ ਮੰਨਦੇ ਹਨ, ਆਪਣੀ ਮੱਤ ਦੇ ਅਨੁਸਾਰ ਚੱਲਦੇ ਹਨ। ਪਰ ਗੁਰੂ ਦੇ ਸ਼ਬਦ ਤੋਂ ਬਿਨਾਂ ਆਪਣੀ ਜਿਹੜੀ ਮੱਤ ਹੈ ਉਹ ਸ਼ੁਦਾਈਆਂ ਵਾਲੀ ਹੈ, ਕਮਲਿਆਂ ਵਾਂਗ ਹੈ। ਹਰ ਰੱਖੇ ਸੇ ਉਬਰੇ, ਸ਼ਬਦ ਰਹੇ ਲਿਵ ਲਾਏ। ਜਿਨ੍ਹਾਂ ਨੂੰ ਹਰ ਪਰਮੇਸ਼ਰ ਨੇ ਰੱਖ ਲੈਣਾ ਕੀਤਾ ਹੈ ਉਹ ਇਸ ਸੰਸਾਰ ਤੋਂ ਉਭਰੇ ਹਨ, ਤਰੇ ਹਨ, ਜਿਨ੍ਹਾਂ ਨੇ ਸ਼ਬਦ ਦੇ ਵਿੱਚ ਲਿਵ ਲਾਉਣੀ ਕੀਤੀ ਹੈ। ਨਾਨਕ ਕਰਤਾ ਸਭ ਕਿਛ ਜਾਣਦਾ, ਜਿਨ ਰੱਖੀ ਬਣਤ ਬਣਾਏ। ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਕਿ ਉਹ ਰਚਨਹਾਰ ਪਰਮੇਸ਼ਰ ਸਾਰਾ ਕੁਝ ਜਾਣਦਾ ਹੈ, ਜਿਸ ਨੇ ਸਥੂਲ ਤੱਤਾਂ ਦੁਆਰਾ ਸਥੂਲ ਸ੍ਰਿਸ਼ਟੀ ਦੀ ਅਤੇ ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ ਦੀ ਬਣਤ ਨੂੰ ਬਣਾ ਕਰਕੇ ਰੱਖਣਾ ਕੀਤਾ ਹੈ। ਹੋਮ ਜਗ ਸਭ ਤੀਰਥਾ, ਪੜ ਪੰਡਤ ਥਕੇ ਪੁਰਾਣ। ਆਪਣੀ ਮੱਤ ਅਨੁਸਾਰ ਕਹਿੰਦੇ ਜਿਹੜੇ ਕਰਮ ਕਾਂਡੀ ਲੋਕ ਹਨ ਉਹ ਹੋਮ ਹਵਨ ਕਰਕੇ, ਜਗ ਭੰਡਾਰੇ ਕਰਕੇ, ਸਾਰੇ ਤੀਰਥਾਂ ਉੱਤੇ ਇਸ਼ਨਾਨ ਕਰਕੇ ਆਪਣੀ ਹਉਮੈ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਪੰਡਤ ਕਹਾਉਣ ਵਾਲੇ, ਵਿਦਵਾਨ ਕਹਾਉਣ ਵਾਲੇ ਹਨ, ਉਹ ਪੁਰਾਣਾਂ ਨੂੰ, ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਥੱਕ ਗਏ ਹਨ। ਬਿਖ ਮਾਇਆ ਮੋਹ ਨਾ ਮਿਟਾਈ, ਵਿੱਚ ਹਉਮੈ ਆਵਣ ਜਾਣ। ਪਰ ਸਤਿਗੁਰੂ ਜੀ ਕਹਿੰਦੇ ਹਉਮੈ ਹੰਕਾਰ ਦੇ ਵਿੱਚ ਪੜ੍ਹਿਆ, ਗਰਭ ਗਰਭ ਪੜ੍ਹੈ ਕਹੀਂ ਨਾ ਲੇਖੈ ਪਾਵੇ। ਹਉਮੈ ਹੰਕਾਰ ਦੇ ਵਿੱਚ ਹੀ ਪੜ੍ਹਿਆ ਅਤੇ ਉਸ ਦੇ ਧਾਰਨੀ ਨਾ ਹੋਣ ਕਰਕੇ ਵਿਖ ਮਾਇਆ ਮੋਹ ਨਾ ਮਿਟਈ। ਇਹ ਜਿਹੜੀ ਜ਼ਹਿਰ ਵਰਗੀ ਮਾਇਆ ਹੈ, ਇਸ ਦਾ ਮੋਹ ਨਹੀਂ ਮਿਟਣਾ ਕੀਤਾ ਅਤੇ ਇਸ ਦੇ ਵਿੱਚ ਹੀ ਲੱਗ ਕਰਕੇ ਵਿੱਚ ਹਉਮੈ ਆਵਣ ਜਾਣ। ਉਹ ਵਾਰ ਕਰਕੇ, ਹੰਗਤਾ ਕਰਕੇ ਜਿਹੜੇ ਕਰਮ ਕਾਂਡੀ ਲੋਕ ਹਨ ਉਹਨਾਂ ਨੂੰ ਆਉਣਾ ਜਾਣਾ ਭਾਵ ਜੰਮਣਾ ਮਰਨਾ ਬਣਿਆ ਹੋਇਆ ਹੈ। ਸਤਿਗੁਰ ਮਿਲਿਆ ਮਲ ਉਤਰੀ, ਹਰ ਜਪਿਆ ਪੁਰਖ ਸੁਜਾਨ। ਜਿਨ੍ਹਾਂ ਨੇ ਆਪਾ ਭਾਵ ਤਿਆਗ ਕਰਕੇ ਨਿਮਰਤਾ ਦੇ ਨਾਲ ਸਤਿਗੁਰੂ ਨੂੰ ਧਾਰਨ ਕੀਤਾ ਹੈ, ਸੱਚੇ ਸਤਿਗੁਰੂ ਦੇ ਚਰਨਾਂ ਦੇ ਨਾਲ ਲੱਗਣਾ ਕੀਤਾ ਹੈ। ਸਤਿਗੁਰ ਮਿਲਿਆ, ਜਦੋਂ ਸੱਚਾ ਸਤਿਗੁਰੂ ਮਿਲ ਗਿਆ ਮਲ ਉਤਰੀ, ਫਿਰ ਜਿਹੜੀ ਹਉਮੈ ਦੀ ਮੈਲ ਹੈ ਉਤਰ ਗਈ। ਹਰ ਜਪਿਆ ਪੁਰਖ ਸੁਜਾਨ। ਉਹਨਾਂ ਨੇ ਫਿਰ ਐਸੇ ਸਤਿਗੁਰੂ ਜੋ ਸੁਜਾਨ ਪੁਰਖ ਹਨ, ਪੂਰਨ ਅੰਤਰਜਾਮੀ ਹਰ ਪਰਮੇਸ਼ਰ ਨੂੰ ਜਪਿਆ ਹੈ, ਜਪਣਾ ਕੀਤਾ ਹੈ। ਜਿਨ੍ਹਾਂ ਹਰ ਹਰ ਪ੍ਰਭ ਸੇਵਿਆ, ਜਨ ਨਾਨਕ ਸਦ ਕੁਰਬਾਨ। ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਨੇ ਦਾਸਾਂ ਨੇ ਉਹਨਾਂ ਤੋਂ ਸੈਂਕੜੇ ਵਾਰੀ ਬਲਿਹਾਰ ਜਾਣਾ ਕੀਤਾ ਹੈ। ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਕਿ ਜਿਨ੍ਹਾਂ ਨੇ ਪਾਪਾਂ ਦੇ ਹਾਰਕ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ ਸੇਵਿਆ ਹੈ।
ਸੇਵਣਾ ਕੀਤਾ ਹੈ ਤੇ ਸੇਵਾ ਕਰਕੇ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ, ਜਨ ਨਾਨਕ ਸਦ ਕੁਰਬਾਨ। ਜਿਨ੍ਹਾਂ ਨੇ ਐਸੇ ਪਰਮੇਸ਼ਰ ਨੂੰ ਸੇਵਣਾ ਕੀਤਾ ਹੈ, ਸੇਵਾ ਕੀਤੀ ਹੈ। ਮਾਇਆ ਮੋਹ ਬਹੁ ਚਿਤ ਵਦੇ, ਬਹੁ ਆਸਾ ਲੋਭ ਵਿਕਾਰ। ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜੇ ਸੱਚੇ ਸਤਿਗੁਰੂ ਨੂੰ ਛੱਡ ਕਰਕੇ ਮਾਇਆ ਮੋਹ ਬਹੁ ਚਿਤ ਵਦੇ, ਮਾਇਆ ਦੇ ਵਿੱਚ, ਮੋਹ ਦੇ ਵਿੱਚ ਹੀ, ਇਸੇ ਸਨੇਹ ਦੇ ਵਿੱਚ ਪਏ ਹੋਏ ਹੀ ਬਹੁਤੇ ਪਦਾਰਥਾਂ ਨੂੰ ਚਿਤਵ ਦੇ ਚਿੰਤਨ ਕਰਦੇ ਰਹਿੰਦੇ ਹਨ। ਮਨ ਦੇ ਵਿੱਚ ਘਾੜਤਾਂ ਘੜਦੇ ਰਹਿੰਦੇ ਹਨ। ਬਹੁ ਆਸਾ ਲੋਭ ਵਿਕਾਰ, ਮਨ ਦੇ ਵਿੱਚ ਬਹੁਤੀਆਂ ਆਸਾਂ ਲਾ ਕਰਕੇ, ਲੋਭ ਦੇ ਧਾਰਨੀ ਹੋ ਕਰਕੇ ਵਿਕਾਰਾਂ ਦੇ ਵਿੱਚ ਜੋ ਲੱਗੇ ਹੋਏ ਹਨ। ਮਨਮੁਖ ਅਸਥਿਰ ਨਾ ਥੀਐ, ਮਰ ਬਿਨ ਸਜਾਏ ਖਿਨ ਵਾਰ। ਜਿਹੜੇ ਮਨਮੁਖ ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ ਹਨ, ਅਸਥਿਰ ਨਾ ਥੀਐ, ਉਹ ਕਦਾਚਿਤ ਵੀ ਸਰੂਪ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਸਥਿਤ ਨਹੀਂ ਹੁੰਦੇ, ਕਿਉਂਕਿ ਉਹਨਾਂ ਨੇ ਸਤਿਗੁਰੂ ਜੀ ਦਾ ਆਸਰਾ ਨਹੀਂ ਲੈਣਾ ਕੀਤਾ। ਮਰ ਬਿਨ ਸਜਾਏ ਖਿਨ ਵਾਰ, ਇਸੇ ਕਰਕੇ ਹੀ ਛਿਣ ਦੇ ਵਿੱਚ ਹੀ ਐਸੇ ਮਨੁੱਖਾਂ ਦਾ ਜੋ ਜਨਮ ਦੀ ਵਾਰੀ ਦੇ ਵਿੱਚੋਂ ਮਰ ਕਰਕੇ ਨਾਸ ਹੋ ਜਾਂਦੇ ਹਨ, ਮਰੀ ਜਾ ਰਹੇ ਹਨ ਇਸੇ ਚਿੰਤਾ ਦੇ ਵਿੱਚ ਹੀ। ਵੱਡ ਭਾਗ ਹੋਵੈ ਸਤਿਗੁਰ ਮਿਲੈ, ਹਉਮੈ ਤਜੈ ਵਿਕਾਰ। ਪਰ ਜੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ, ਗੁਰੂ ਕੀ ਸੰਗਤ ਦੇ ਵਿੱਚ ਮਨੁੱਖ ਆ ਜਾਵੇ, ਤਾਂ ਉਸ ਦੇ ਜਿਹੜੇ ਭਾਗ ਹਨ ਉਹ ਵੱਡ ਭਾਗ ਹੋ ਜਾਂਦੇ ਹਨ, ਵੱਡੇ ਕਰਮ ਹੋ ਜਾਂਦੇ ਹਨ, ਪਵਿੱਤਰ ਕਰਮ ਬਣ ਜਾਂਦੇ ਹਨ। ਅਤੇ ਸਤਿਗੁਰੂ ਮਿਲ ਜਾਵੇ, ਜਦੋਂ ਸਤਿਗੁਰੂ ਦੀ ਸੰਗਤ ਮਿਲ ਜਾਂਦੀ ਹੈ, ਵਿੱਚ ਹਉਮੈ ਤਜੈ ਵਿਕਾਰ, ਅਤੇ ਫਿਰ ਜਿਹੜੇ ਹਉਮੈ ਹੈ ਅਤੇ ਜਿਹੜੇ ਵਿਕਾਰ ਹਨ, ਇਹ ਸਾਰਾ ਕੁਝ ਉਤਰ ਜਾਂਦਾ ਹੈ। ਹਰਿ ਨਾਮਾ ਜਪ ਸੁਖ ਪਾਇਆ, ਜਨ ਨਾਨਕ ਸ਼ਬਦ ਵਿਚਾਰ। ਅਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਪਦੇਸ਼ ਬਖਸ਼ਣਾ ਕੀਤਾ ਕਿ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾ ਗਾਫਲ ਸੋਇਆ। ਕਿ ਹੇ ਮਨਾ ਤੂੰ ਕਿਉਂ ਸੁੱਤਾ ਪਿਆ ਹੈ, ਅਤੇ ਰਾਮ ਨਾਮ ਨੂੰ ਜਪਣਾ ਕਰ। ਅਤੇ ਜਿਨ੍ਹਾਂ ਨੇ ਹਰ ਨਾਮਾ ਜਪ ਸੁਖ ਪਾਇਆ, ਫਿਰ ਐਸੇ ਜਨਾਂ ਨੇ ਜਿਨ੍ਹਾਂ ਨੇ ਗੁਰੂ ਕੀ ਗੁਰਬਾਣੀ ਨੂੰ ਸੁਣਿਆ, ਉਹਨਾਂ ਨੇ ਫਿਰ ਹਰ ਨਾਮ ਦੇ ਵਿੱਚ ਲਿਵ ਲਾਉਣੀ ਕੀਤੀ, ਉਸ ਨੂੰ ਜਪਣਾ ਕੀਤਾ ਅਤੇ ਜਪ ਕਰਕੇ ਸੁੱਖ ਦੀ ਪ੍ਰਾਪਤੀ ਕਰ ਲਈ। ਕਿਹਨਾਂ ਨੇ? ਜਨ ਨਾਨਕ ਸ਼ਬਦ ਵਿਚਾਰ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਕਰਨੀ ਕੀਤੀ। ਬਿਨ ਸਤਿਗੁਰ ਭਗਤ ਨਾ ਹੋਵਈ, ਨਾਮ ਨਾ ਲੱਗੈ ਪਿਆਰ। ਪੂਰੇ ਸੱਚੇ ਸਤਿਗੁਰੂ ਤੋਂ ਬਿਨਾਂ ਸਤਿਗੁਰੂ ਜੀ ਕਹਿੰਦੇ ਜਿਹੜੀ ਭਗਤੀ ਹੈ ਉਹ ਵੀ ਨਹੀਂ ਹੁੰਦੀ, ਉਹ ਵੀ ਥਾਏ ਨਹੀਂ ਪੈਂਦੀ। ਕਿਉਂਕਿ ਜੇ ਕੱਚੇ ਗੁਰੂ ਦੇ ਦੱਸੇ ਹੋਏ ਅਨੁਸਾਰ ਆਪਣੇ ਕਰਮ ਕਾਂਡ ਮਨੁੱਖ ਕਰੀ ਵੀ ਜਾਂਦਾ ਹੈ, ਉਹ ਕਿਸੇ ਥਾਂ 'ਤੇ ਵੀ ਸਹਾਈ ਹੋਣ ਵਾਲੇ ਨਹੀਂ ਹੁੰਦੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਬਿਨ ਸਤਿਗੁਰ ਭਗਤ ਨਾ ਹੋਵਈ, ਕਿ ਸੱਚੇ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਪਰਮਾਤਮਾ ਦੇ ਨਾਮ ਦਾ ਚਿੰਤਨ, ਭਗਤੀ ਵੀ ਨਹੀਂ ਹੋ ਸਕਦੀ। ਅਤੇ ਨਾਮ ਨਾ ਲੱਗੇ ਪਿਆਰ, ਨਾ ਹੀ ਪਰਮੇਸ਼ਰ ਦੇ ਨਾਮ ਨਾਲ ਪਿਆਰ ਪ੍ਰੇਮ ਲੱਗਦਾ ਹੈ। ਕਿਉਂਕਿ ਜੇ ਹੋਰ ਕਿਸੇ ਮਤ ਅਨੁਸਾਰ, ਉਹਨਾਂ ਨੇ ਆਪਣੀ ਮਤ ਦੇ ਅਨੁਸਾਰ ਹੀ ਦੱਸ ਦਿੱਤਾ ਕਿ ਇਸ ਤਰ੍ਹਾਂ ਕਰਨਾ ਹੈ, ਐਂ ਕਰਨਾ ਹੈ, ਗੁਰੂ ਦੀ ਗੁਰਬਾਣੀ ਨੂੰ ਛਡਾ ਕਰਕੇ ਹੋਰ ਆਪਣੇ ਪਿੱਛੇ ਲਾ ਦਿੱਤਾ, ਅਤੇ ਫਿਰ ਕਹਿੰਦੇ ਲਾਹਾ ਨਹੀਂ। ਪਰ ਗੁਰੂ ਤੋਂ ਭੁੱਲਾ ਹੋਇਆ ਜਿਹੜਾ ਮਨਮੁਖ ਹੈ, ਉਹਨੂੰ ਲੱਗਦਾ ਹੈ ਕਿ ਇਸੇ ਦੇ ਵਿੱਚੋਂ ਹੀ ਮੈਨੂੰ ਮੁਕਤੀ ਮਿਲ ਜਾਵੇਗੀ, ਮੁਕਤੀ ਦੀ ਦਾਤ ਪ੍ਰਾਪਤ ਹੋ ਜਾਵੇਗੀ। ਇਸ ਤਰ੍ਹਾਂ ਪੂਰੇ ਸਤਿਗੁਰੂ ਤੋਂ ਬਿਨਾਂ ਨਾਮ ਦੇ ਨਾਲ ਪਿਆਰ ਵੀ ਨਹੀਂ ਬਣਦਾ ਹੈ। ਜਨ ਨਾਨਕ ਨਾਮ ਅਰਾਧਿਆ, ਗੁਰ ਕੈ ਹਿਤ ਪਿਆਰ। ਜਿਨ੍ਹਾਂ ਨੇ ਜਨ ਬਣ ਕਰਕੇ ਨਾਮ ਨੂੰ ਆਰਾਧਿਆ, ਨਾਮ ਨੂੰ ਧਿਆਉਣਾ ਕੀਤਾ, ਅਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਸਤਿਗੁਰ ਪੂਰੈ ਸੇਵਿਐ, ਦੁੱਖਾਂ ਕਾ ਹੋਏ ਨਾਸ,
ਨਾਨਕ ਨਾਮ ਆਰਾਧਿਐ ਕਾਰਜ ਆਵੇ ਰਾਸ। ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਹੈ, ਨਾਮ ਨੂੰ ਆਰਾਧਨਾ ਕੀਤਾ ਹੈ, ਗੁਰ ਕੈ ਹੇਤ ਪਿਆਰ, ਫਿਰ ਉਹਨਾਂ ਦਾ ਗੁਰੂ ਦੇ ਨਾਲ ਹੇਤ ਸੱਚਾ ਪ੍ਰੇਮ ਪਿਆਰ ਜਿਹੜਾ ਹੈ ਉਹ ਲੱਗ ਜਾਂਦਾ ਹੈ। ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਹੁਣ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਜਿਵੇਂ ਪਿੱਛੇ ਮਨਮੁਖ ਗੁਰਮੁਖ ਦੋਹਾਂ ਬਾਰੇ ਦੱਸਣਾ ਕੀਤਾ, ਫਿਰ ਸਤਿਗੁਰੂ ਜੀ ਨੇ ਨਿੰਦਕਾਂ ਬਾਰੇ ਦੱਸਣਾ ਕੀਤਾ। ਆਪਣੀ ਮੱਤ ਦੇ ਪਿੱਛੇ ਚੱਲਣ ਵਾਲੇ ਜੋ ਕਰਮ ਕਰਦੇ ਹਨ ਉਹਨਾਂ ਬਾਰੇ ਦੱਸਣਾ ਕੀਤਾ। ਹੁਣ ਸਤਿਗੁਰੂ ਜੀ ਜੋ ਲੋਭੀ ਹੈ ਉਸ ਦੇ ਪਰਥਾਏ ਸ਼ਬਦ ਉਚਾਰਨ ਕਰ ਰਹੇ ਹਨ ਕਿ ਲੋਭੀ ਜਿਹੜਾ ਪੁਰਖ ਹੈ ਉਹ ਕੈਸਾ ਹੁੰਦਾ ਹੈ, ਉਹ ਕੀ ਕਰ ਸਕਦਾ ਹੈ। ਐਸਾ ਪਾਵਨ ਪਵਿੱਤਰ ਸਤਿਗੁਰੂ ਜੀ ਸ਼ਬਦ ਉਚਾਰਨ ਕਰਕੇ ਆਪਾਂ ਨੂੰ ਅੰਮ੍ਰਿਤ ਰੂਪੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅੰਤ ਕਾਲ ਤਿਥੈ ਧੋਹੈ, ਜਿੱਥੈ ਹੱਥ ਨਾ ਪਾਏ। ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਲੋਭੀ ਕਾ ਵਿਸਾਹੋ ਨਾ ਕੀਜੈ। ਜਿਹੜਾ ਲੋਭੀ ਹੈ ਉਸ ਦਾ ਵਸਾਹ ਨਾ ਕਰੇ, ਜਿੰਨਾ ਵੀ ਜ਼ੋਰ ਚੱਲੇ ਉਸ ਤੋਂ ਬਚ ਕੇ ਰਹੇ। ਜੇ ਕਾ ਪਾਰ ਵਸਾਏ, ਕਿ ਲਾਲਚੀ ਪੁਰਖ ਜਿਹੜਾ ਲਾਲਚ ਵਸ ਹੋ ਕੇ ਇਉਂ ਕਰਦਾ ਹੈ, ਇਉਂ ਕਹਿੰਦੇ ਹਨ ਸਤਿਗੁਰੂ ਜੀ, ਅੰਤ ਕਾਲ ਤਿਥੈ ਧੋਹੈ, ਜਿੱਥੈ ਹੱਥ ਨਾ ਪਾਏ। ਕਿਉਂਕਿ ਲਾਲਚੀ ਪੁਰਖ ਅਖੀਰਲੇ ਸਮੇਂ ਉਸ ਥਾਂ 'ਤੇ ਧੋਖਾ ਦੇਵੇਗਾ ਜਿੱਥੇ ਕੋਈ ਜੀਵਨ ਦੇ ਬਚਾਅ ਵਾਸਤੇ ਹੱਥ ਵੀ ਨਹੀਂ ਪਾ ਸਕੇਗਾ। ਮਨਮੁਖ ਸੇਤੀ ਸੰਗ ਕਰੇ, ਮੋਹਿ ਕਾਲਖ ਦਾਗ ਲਗਾਏ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਮਨਮੁਖ ਸੇਤੀ ਸੰਗ ਕਰੇ। ਜੇ ਇਹ ਮਨੁੱਖ ਮਨਮੁਖ ਦਾ ਸੰਗ ਕਰੇਗਾ ਤੇ ਮੋਹ ਕਾਲਖ ਦਾਗ ਲਗਾਏ। ਜਿਸ ਤਰ੍ਹਾਂ ਉਸ ਮਨਮੁਖ ਦੇ ਮੂੰਹ ਨੂੰ ਦਰਗਾਹ ਦੇ ਵਿੱਚ ਕਾਲਖ ਲੱਗਦੀ ਹੈ, ਦੁਰ ਹੁੰਦੀ ਹੈ, ਉਸੇ ਤਰ੍ਹਾਂ ਹੀ ਹੇ ਜੀਵੇ ਤੈਨੂੰ ਵੀ ਆਪਣੇ ਵਰਗਾ ਕਰ ਲਵੇਗਾ। ਮੋਹ ਕਾਲੇ ਤਿਨ ਲੋਭੀਆਂ, ਜਾਸਨ ਜਨਮ ਗਵਾਏ। ਤੇ ਲੋਭੀਆਂ ਦੇ ਸਤਿਗੁਰੂ ਜੀ ਕਹਿੰਦੇ ਇਸ ਸੰਸਾਰ ਵੱਲੋਂ ਵੀ ਤੇ ਦਰਗਾਹ ਦੇ ਵੱਲੋਂ ਵੀ ਮੋਹ ਕਾਲੇ ਤਿਨ ਲੋਭੀਆਂ। ਕਿਉਂਕਿ ਜਿਨ੍ਹਾਂ ਨੇ ਲੋਭ ਦੇ ਵਿੱਚ ਲੱਗ ਕਰਕੇ ਕਿਸੇ ਨੂੰ ਛੱਡਿਆ ਹੀ ਨਹੀਂ ਹੈ, ਕਿਸੇ ਦਾ ਚੰਗਾ ਕੀਤਾ ਹੀ ਨਹੀਂ ਹੈ, ਤੇ ਫਿਰ ਸਾਰੇ ਕਹਿੰਦੇ ਕਿ ਕਾਲੇ ਮੂੰਹ ਵਾਲਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮੋਹ ਕਾਲੇ ਤਿਨ ਲੋਭੀਆਂ, ਜਾਸਨ ਜਨਮ ਗਵਾਏ। ਉਹ ਆਪਣਾ ਜਨਮ ਵਿਅਰਥ ਹੀ ਗਵਾ ਕਰਕੇ ਜਾਂਦੇ ਹਨ। ਸਤ ਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੈ ਮਨ ਆਏ। ਜਗਿਆਸੂ ਰੂਪ ਹੋ ਕਰਕੇ ਸਤਿਗੁਰੂ ਜੀ ਮਨੁੱਖ ਨੂੰ ਜਿਉਣ ਦਾ ਢੰਗ ਦੱਸਦੇ ਹਨ ਕਿ ਬੇਨਤੀ ਕਰਨੀ ਕਰੋ ਕਿ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਆਪਣੀ ਜਿਹੜੀ ਸੱਚੀ ਸੰਗਤ ਹੈ ਨਾ, ਸਤ ਸੰਗਤ ਹੈ ਜਿਹੜੀ ਸਦਾ ਰਹਿਣ ਵਾਲੀ ਹੈ, ਸਦਾ ਥਿਰ ਹੈ, ਸਤ ਸੰਗਤ ਹਰ ਮੇਲ ਪ੍ਰਭ। ਇਹ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਕੇ ਆਪਣੀ ਸੰਗਤ ਦੇ ਨਾਲ ਮੇਲ ਲੈਣਾ ਕਰੋ। ਤੇ ਮਿਲ ਕਰਕੇ ਕਿਹੜੀ ਦਾਤ ਪ੍ਰਾਪਤ ਹੁੰਦੀ ਹੈ? ਹਰ ਨਾਮ ਵਸੈ ਮਨ ਆਈ। ਜਦੋਂ ਜੀਵ ਸਤ ਸੰਗਤ ਦੇ ਵਿੱਚ ਆਉਂਦਾ ਹੈ ਫਿਰ ਉੱਥੇ ਆ ਕਰਕੇ ਨਾਮ ਨੂੰ ਧਿਆਉਣਾ ਕਰਦਾ ਹੈ, ਨਾਮ ਨੂੰ ਜਪਣਾ ਕਰਦਾ ਹੈ, ਅਤੇ ਜਪਣ ਦੇ ਨਾਲ ਹੀ ਫਿਰ ਮਨ ਦੇ ਵਿੱਚ ਜੋ ਨਾਮ ਹੈ ਉਹ ਵਸਣਾ ਕਰਦਾ ਹੈ। ਜਨਮ ਮਰਨ ਕੀ ਮਲ ਉਤਰੈ, ਜਨ ਨਾਨਕ ਹਰ ਗੁਣ ਗਾਏ। ਤੇ ਜਿਹੜੀ ਲੋਭੀ ਨੂੰ ਤੇ ਮਨਮੁਖ ਨੂੰ ਮੈਲ ਲੱਗੀ ਹੋਈ ਸੀ ਨਾ ਜਨਮ ਮਰਨ ਦੀ, ਤੇ ਸਤਿਗੁਰੂ ਜੀ ਕਹਿੰਦੇ ਸਤ ਸੰਗਤ ਦੇ ਵਿੱਚ ਇਹ ਮੈਲ ਉਤਰ ਜਾਂਦੀ ਹੈ। ਜਨਮ ਮਰਨ ਕੀ ਮਲ ਉਤਰੈ, ਜਨ ਨਾਨਕ ਹਰ ਗੁਣ ਗਾਏ। ਜੋ ਹਰੀ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ, ਨਾਮ ਨੂੰ ਜਪਣਾ ਕਰਦੇ ਹਨ,
ਉਹਨਾਂ ਦੀ ਇਹ ਜਿਹੜੀ ਜਨਮ ਮਰਨ ਦੀ ਮੈਲ ਹੈ ਉਤਰ ਜਾਂਦੀ ਹੈ। ਤੁਰ ਹਰ ਪ੍ਰਭ ਕਰਤੈ ਲਿਖਿਆ, ਸੋ ਮੇਟਣਾ ਨਾ ਜਾਏ। ਜੋ ਵੀ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਲਿਖਣਾ ਕੀਤਾ ਹੈ ਉਸ ਨੂੰ ਕੋਈ ਮੇਟ ਤਾਂ ਨਹੀਂ ਸਕਦਾ ਹੈ। ਜਿਉ ਪਿੰਡ ਸਭ ਤਿਸ ਦਾ, ਪ੍ਰਤਪਾਲ ਕਰੇ ਹਰ ਰਾਏ। ਜਿਹੜਾ ਇਹ ਤਨ ਹੈ ਵੀ ਉਸ ਦਾ ਹੈ, ਜਿਹੜਾ ਵਿੱਚ ਜੀਉ ਪਾਇਆ ਹੈ ਇਹ ਵੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਹੈ। ਪ੍ਰਤਪਾਲ ਕਰੇ ਹਰ ਰਾਈ, ਤੇ ਆਪ ਹੀ ਉਹ ਪ੍ਰਤਪਾਲਣਾ ਕਰਦਾ ਹੈ। ਚੁਗਲ ਨਿੰਦਕ ਭੁੱਖੇ ਰੁਲ ਮੂਏ, ਇਨਾ ਹੱਥ ਨਾ ਕਿਤਾਹੂ ਪਾਏ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਸ ਨੇ ਤੈਨੂੰ ਸਰੀਰ ਦਿੱਤਾ ਹੈ, ਪ੍ਰਾਣ ਦਿੱਤੇ ਹਨ, ਤੇ ਤੇਰੀ ਪ੍ਰਤਪਾਲਣਾ ਵੀ ਕਰਦਾ ਹੈ। ਪਹਿਲੋਂ ਦੇ ਤੈ ਰਿਜਕੋ ਪਾਹਾ, ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋਂ ਦੇ ਤੈ ਜੰਤੋ ਪਾਹਾ। ਪਹਿਲਾਂ ਜਿਹੜਾ ਰਿਜਕ ਹੈ ਤੇ ਫਿਰ ਤੇਰਾ ਇਹ ਸਰੀਰ ਬਣਿਆ ਹੈ। ਸੱਚੇ ਪਾਤਸ਼ਾਹ ਨੇ ਸਾਰੀ ਤੇਰੀ ਪ੍ਰਤਪਾਲਣਾ ਕਰਨ ਦਾ ਜੋ ਢੰਗ ਤਰੀਕਾ ਸਾਰਾ ਤੇਰਾ ਬਣਾਇਆ ਹੋਇਆ ਹੈ। ਪਰ ਫਿਰ ਵੀ ਇਹ ਜੀਵ ਇਸ ਸੰਸਾਰ ਦੇ ਵਿੱਚ ਆਣ ਕਰਕੇ, ਚੁਗਲੀ ਕਰਕੇ, ਨਿੰਦਿਆ ਕਰਕੇ ਭੁੱਖੇ ਮਰੇ ਪਏ ਹਨ। ਭੁੱਖੇ ਰੁਲ ਮੋਏ, ਇਹ ਰੁਲਦੇ ਫਿਰਦੇ ਹਨ। ਇਹਨਾਂ ਹੱਥ ਨਾ ਕਿਥਾਊ ਪਾਏ, ਤੇ ਫਿਰ ਐਸੇ ਪੁਰਖਾਂ ਦਾ ਹੱਥ ਵੀ ਕਿਤੇ ਨਹੀਂ ਪੈਂਦਾ ਹੈ। ਤੇ ਚੁਗਲੀ ਤੇ ਨਿੰਦਿਆ ਕਹਿੰਦੇ ਕਿਸ ਨੂੰ ਹਨ? ਕਹਿੰਦੇ ਕਿਸੇ ਦੇ ਦਿਲ ਦੀ ਵਿਸ਼ਵਾਸ ਨਾਲ ਜੋ ਦੱਸੀ ਹੋਈ ਗੁਪਤ ਗੱਲ ਹੈ ਉਹ ਦੂਸਰੇ ਨੂੰ ਦੱਸ ਦੇਣੀ, ਜਿਸ ਕਰਕੇ ਉਸ ਦੀ ਇੱਜ਼ਤ ਵਿੱਚ ਫਰਕ ਪਵੇ ਅਤੇ ਅਪਮਾਨ ਵਿੱਚ ਵਾਧਾ ਹੋਵੇ, ਉਸ ਨੂੰ ਚੁਗਲੀ ਆਖਦੇ ਹਨ। ਕਿ ਜੇ ਕਿਸੇ ਨੇ ਪ੍ਰੇਮ ਦੇ ਨਾਲ ਜਾਂ ਆਪਣਾ ਜਾਣ ਕਰਕੇ ਕੋਈ ਗੱਲ ਦੱਸੀ ਹੈ ਤੇ ਉਸ ਤੋਂ ਪੁੱਛ ਕਰਕੇ ਫਿਰ ਅੱਗੇ ਜਾ ਕਰਕੇ ਦੱਸਣੀ, ਤੇ ਜਿਸ ਦੇ ਨਾਲ ਉਸ ਦੀ ਇੱਜ਼ਤ ਦੇ ਵਿੱਚ ਵੀ ਘਾਟਾ ਪਵੇ ਤੇ ਅਪਮਾਨ ਵੀ ਹੋਵੇ, ਕਹਿੰਦੇ ਇਸ ਨੂੰ ਚੁਗਲੀ ਆਖਦੇ ਹਨ। ਤੇ ਦੂਸਰਾ ਨਿੰਦਿਆ, ਕਹਿੰਦੇ ਜੋ ਕਿਸੇ ਪੁਰਖ ਉੱਤੇ ਅਣਹੋਂਦੇ ਦੋਸ਼ ਲਾ ਦੇਣੇ, ਉਹ ਦੋਸ਼ ਨਾ ਹੋਣਾ ਆਪਣੇ ਕੋਲੋਂ ਹੀ ਲਾ ਕਰਕੇ ਆਪਣੀ ਪ੍ਰਭਤਾ ਵਾਸਤੇ ਅਣਹੋਈ ਗੱਲ ਕਰਕੇ, ਅਰਥਾਤ ਉਸ ਦੇ ਗੁਣਾਂ ਨੂੰ ਛੱਡ ਕੇ ਤੇ ਔਗਣਾਂ ਨੂੰ ਦੱਸਣਾ। ਜੇ ਕੋਈ ਚੰਗਾ ਕਰਮ ਕਰਦਾ ਹੈ ਉਹ ਤਾਂ ਕਿਸੇ ਨੂੰ ਦੱਸਣਾ ਨਹੀਂ ਕਿ ਚੰਗਾ ਵੀ ਕਰਦਾ ਹੈ, ਤੇ ਤੱਕਦੇ ਰਹਿਣਾ ਕਿ ਕਦੋਂ ਕੋਈ ਔਗਣ ਕਰੇ ਤੇ ਮੈਂ ਜਾ ਕਰਕੇ ਇਹਦੀ ਨਿੰਦਿਆ ਕਰਾਂ, ਤੇ ਉਸ ਨੂੰ ਕਹਿੰਦੇ ਨਿੰਦਿਆ ਆਖਦੇ ਹਨ। ਫਿਰ ਕਹਿੰਦੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਇਹ ਜਿਹੜੇ ਚੁਗਲਾ ਤੇ ਨਿੰਦਕ ਹਨ ਇਹ ਭੁੱਖੇ ਰੁਲ ਮੋਏ, ਇਹ ਭੁੱਖੇ ਹੀ ਮਰਦੇ ਹਨ। ਇਹਨਾਂ ਹੱਥ ਨਾ ਕਥਾਊ ਪਾਏ, ਫਿਰ ਨਾ ਇਸ ਸੰਸਾਰ ਦੇ ਵਿੱਚ ਹੀ ਇਹਨਾਂ ਨੂੰ ਕੋਈ ਹੱਥ ਫੜਾਉਂਦਾ ਹੈ। ਉਸੇ ਵੇਲੇ ਜੀਵ ਸੋਚਦਾ ਹੈ ਕਿ ਇਹ ਤਾਂ ਚੁਗਲੀ ਨਿੰਦਿਆ ਵਾਲਾ ਹੈ, ਇਸ ਤੋਂ ਦੂਰ ਰਹਿਣਾ ਕਰੂ ਕਿ ਇਸ ਦਾ ਜਦੋਂ ਵੀ ਸਮਾਂ ਮਿਲਿਆ ਇਸ ਨੇ ਬੁਰਾ ਕਰ ਦੇਣਾ ਹੈ। ਉਹਨੂੰ ਕੋਈ ਆਪਣੇ ਲਾਗੇ ਨਹੀਂ ਬਿਠਾਉਂਦਾ, ਇੱਥੋਂ ਤੱਕ ਹੱਥ ਨਹੀਂ ਕੋਈ ਫੜਾਉਂਦਾ। ਨਾ ਹੀ ਇੱਥੇ ਉਸ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਤੇ ਨਾ ਹੀ ਪਰਲੋਕ ਦੇ ਵਿੱਚ। ਦੋਵਾਂ ਥਾਵਾਂ ਤੋਂ ਹੀ ਉਸ ਨੂੰ ਧੱਕੇ ਪੈਂਦੇ ਹਨ। ਐਸੇ ਪੁਰਖਾਂ ਨੂੰ ਜਿਹੜੇ ਚੁਗਲੀ ਤੇ ਨਿੰਦਿਆ ਦੇ ਵਿੱਚ ਲੱਗੇ ਹੋਏ ਹਨ। ਬਾਹਰ ਪਾਖੰਡ ਸਭ ਕਰਮ ਕਰਹਿ, ਮਨ ਹਿਰਦੈ ਕਪਟ ਕਮਾਏ। ਬਾਹਰੋਂ ਸਤਿਗੁਰੂ ਜੀ ਕਹਿੰਦੇ ਪਖੰਡ ਵੀ ਕਰਦਾ ਹੈ, ਸਾਰੇ ਕਰਮ ਵੀ ਕਰਦਾ ਹੈ, ਮਨ ਹਿਰਦੈ ਕਪਟ ਕਮਾਏ, ਤੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਕਪਟਾਂ ਨੂੰ ਕਮਾਉਣਾ ਕਰਦਾ ਹੈ। ਬਾਹਰ ਪਖੰਡ ਕਰਕੇ, ਪ੍ਰੇਮ ਬਣਾ ਕਰਕੇ ਕਿਸੇ ਨੂੰ ਗੱਲ ਪੁੱਛ ਲੈਣੀ, ਫਿਰ ਉਸ ਨੂੰ ਜਾ ਕਰਕੇ ਦੱਸ ਦੇਣਾ, ਪਖੰਡ ਕਰ ਦੇਣਾ, ਚੁਗਲੀ ਨਿੰਦਿਆ ਦੇ ਵਿੱਚ ਹੀ ਲੱਗੇ ਰਹਿਣਾ, ਉਸੇ ਵਰਗੀਆਂ ਗੱਲਾਂ ਕਰਕੇ ਉਸ ਤੋਂ ਗੱਲ ਪੁੱਛ ਲੈਣੀ, ਤੇ ਮਨ ਦੇ ਵਿੱਚ ਜਿਹੜਾ ਕਪਟ ਰੱਖਣਾ, ਹਿਰਦੇ ਦੇ ਵਿੱਚ ਕਪਟ ਰੱਖਣਾ ਕਿ ਕਦੋਂ ਇਹ ਕੋਈ ਗੱਲ ਕਰੇ ਤੇ ਕਦੋਂ ਜਾ ਕਰਕੇ ਮੈਂ ਅੱਗੇ ਦੱਸਣੀ ਕਰਾਂ, ਜਿਸ ਦੇ ਨਾਲ ਇਸ ਦੀ ਇੱਜ਼ਤ ਦੇ ਵਿੱਚ ਜਾਂ ਮਾਣ ਸਤਿਕਾਰ ਦੇ ਵਿੱਚ ਘਾਟਾ ਪੈ ਜਾਵੇ। ਖੇਤ ਸਰੀਰ ਜੋ ਬੀਜੀਐ, ਸੋ ਅੰਤ ਖਲੋਆ ਆਏ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਕਹਿੰਦੇ ਜਿਹੜਾ ਸਰੀਰ ਹੈ ਨਾ
ਇਹ ਵੀ ਇੱਕ ਖੇਤ ਹੈ। ਜਿਵੇਂ ਕਿਸਾਨ ਖੇਤ ਦੇ ਵਿੱਚ ਜੋ ਬੀਜਦਾ ਹੈ ਉਹੀ ਉਸ ਨੂੰ ਮਿਲਦਾ ਹੈ। ਜੇ ਉਸਨੇ ਕਣਕ ਬੀਜੀ ਹੈ ਕਣਕ ਮਿਲੇਗੀ, ਜੇ ਝੋਨਾ ਬੀਜਿਆ ਹੈ ਝੋਨਾ, ਜੇ ਬਦਾਮ ਬੀਜੇਗਾ ਬਦਾਮ ਮਿਲਣਗੇ। ਜੋ ਵੀ ਬੀਜਿਆ ਉਹੀ ਵੱਢਣਾ ਹੈ। ਜੈਸੇ ਕਿਰਸਾਨ ਬੋਵੇ ਕਿਰਸਾਨੀ, ਜਿਸ ਤਰ੍ਹਾਂ ਕਿਸਾਨ ਖੇਤੀ ਦੇ ਵਿੱਚ ਬੀਜਦਾ ਹੈ, ਖੇਤ ਸਰੀਰ ਜੋ ਬੀਜੀਏ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਸਰੀਰ ਵੀ ਇੱਕ ਖੇਤ ਹੈ। ਇਸ ਦੇ ਵਿੱਚ ਜੋ ਵੀ ਬੀਜਿਆ ਹੈ ਸੋ ਅੰਤ ਖਲੋਆ ਆਏ, ਉਹ ਹੀ ਫਿਰ ਸਾਹਮਣੇ ਉੱਗ ਕਰਕੇ ਖੜ੍ਹਾ ਹੋ ਜਾਂਦਾ ਹੈ। ਅਤੇ ਇਸੇ ਤਰ੍ਹਾਂ ਸਰੀਰ ਦੇ ਸਾਹਮਣੇ ਅੰਤ ਸਮੇਂ ਦੇ ਜੋ ਕੀਤੇ ਹੋਏ ਕਰਮ ਹਨ ਉਹ ਸਾਹਮਣੇ ਆ ਕਰਕੇ ਖੜ ਜਾਂਦੇ ਹਨ। ਨਾਨਕ ਕੀ ਪ੍ਰਭ ਬੇਨਤੀ, ਹਰ ਭਾਵੈ ਬਖਸ਼ ਮਿਲਾਏ। ਸੱਚੇ ਪਾਤਸ਼ਾਹ ਜੀ ਬੇਨਤੀ ਪੂਰਵਕ ਬਚਨ ਕਰਦੇ ਹਨ ਕਿ ਜਗਿਆਸੂ ਰੂਪ ਹੋ ਕਰਕੇ ਆਪਣਾ ਆਪ ਤਿਆਗ ਕਰਕੇ ਇਹ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਹਰ ਭਾਵੈ ਬਖਸ਼ ਮਿਲਾਏ। ਆਪ ਜੀ ਕਿਰਪਾ ਕਰ ਦਿਓ ਤਾਂ ਬਖਸ਼ ਦੇਣਾ ਕਰੋ, ਆਪਣੇ ਨਾਲ ਮਿਲਾ ਲੈਣਾ ਕਰੋ, ਸਾਨੂੰ ਇਹ ਚੁਗਲੀ ਨਿੰਦਿਆ ਤੋਂ ਬਚਾ ਲੈਣਾ ਕਰੋ। ਮਨ ਆਵਣ ਜਾਣ ਨ ਸੁਝਈ, ਨਾ ਸੁਝੈ ਦਰਬਾਰ। ਅਤੇ ਜੀਵਾਂ ਦੇ ਮਨ ਚਿੱਤ ਨੂੰ ਆਉਣ ਜਾਣ ਦੇ ਵਿੱਚ ਪਏ ਹੋਣ ਕਰਕੇ ਮੁਕਤ ਹੋਣ ਦਾ ਰਸਤਾ ਜਿਹੜਾ ਦਿਸਦਾ ਹੀ ਨਹੀਂ ਹੈ। ਮਨ ਆਵਣ ਜਾਣ ਨਾ ਸੁਝਈ, ਅਤੇ ਨਾ ਸੁਝੈ ਦਰਬਾਰ, ਨਾ ਹੀ ਸਾਧ ਸੰਗਤ। ਸੱਚਖੰਡ ਰੂਪੀ ਦਰਬਾਰ ਜੋ ਹੈ ਸਤਿਗੁਰੂ ਦਾ, ਇਹ ਹੀ ਦਿਸਦਾ ਹੈ ਇਹਨਾਂ ਨੂੰ। ਮਾਇਆ ਮੋਹਿ ਪਲੇਟਿਆ, ਅੰਤਰ ਅਗਿਆਨ ਗੁਬਾਰ। ਕਿਉਂਕਿ ਮਾਇਆ ਦੇ ਮੋਹ ਨੇ ਇਸ ਤਰ੍ਹਾਂ ਦਾ ਇਸ ਦੇ ਚਾਰ ਚੁਫੇਰੇ ਗੁਬਾਰ ਬਣਾਇਆ ਹੋਇਆ ਹੈ। ਆਪਣਾ ਜੋ ਇਸ ਦੇ ਉੱਤੇ ਹਨੇਰਾ ਪਾਇਆ ਹੋਇਆ ਹੈ, ਅਗਿਆਨ ਦੇ ਵਿੱਚ ਇਸ ਨੂੰ ਲਾਇਆ ਹੋਇਆ ਹੈ ਕਿ ਇਸ ਨੂੰ ਦਿਸਦਾ ਹੀ ਕੁਝ ਨਹੀਂ ਹੈ। ਨਾ ਸਤਿਗੁਰੂ ਦਾ ਦਰਬਾਰ ਦਿੰਦਾ ਹੈ, ਨਾ ਸੱਚਾ ਨਾਮ ਹੀ ਇਸ ਨੂੰ ਸੁਣਦਾ ਹੈ, ਨਾ ਹੀ ਕੋਈ ਚੰਗਾ ਕਰਮ ਉੱਤਮ ਕਰਮ ਕਰਨ ਵਾਲਾ ਜੋ ਬਚਨ ਹੈ ਇਸ ਨੂੰ ਸੁਣਦਾ ਹੈ, ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਹੀ ਇਸੇ ਗੁਬਾਰ ਦੇ ਵਿੱਚ ਗਾੜੇ ਹਨੇਰੇ ਦੇ ਵਿੱਚ ਜੀਵ ਸੁੱਤਾ ਹੋਇਆ ਹੈ। ਤਬ ਨਰ ਸੁੱਤਾ ਜਾਗਿਆ, ਸਿਰ ਡੰਡ ਲੱਗਾ ਬਹੁ ਭਾਰ। ਤਬ ਨਰ ਸੁੱਤਾ ਜਾਗਿਆ, ਇਹ ਜਿਹੜਾ ਨਰ ਹੈ ਇਹ ਕਦੋਂ ਜਾਗਿਆ? ਜਦੋਂ ਸਿਰ ਡੰਡ ਲੱਗਾ ਬਹੁ ਭਾਰ, ਜਦੋਂ ਸਿਰ ਦੇ ਉੱਤੇ ਜਮਾਂ ਦਾ ਡੰਡਾ ਹੈ ਜਿਹੜਾ ਉਹ ਪੈਣਾ ਕੀਤਾ ਅਤੇ ਫਿਰ ਇਸ ਨੂੰ ਜਾਗ ਆਈ। ਪਰ ਉਸ ਸਮੇਂ ਇਸ ਦਾ ਜਾਗਿਆ ਵੀ ਕੁਝ ਨਾ ਕਰ ਸਕਿਆ। ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਸੇ ਪਾਏ ਨ ਮੋਖ ਦੁਆਰ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਗੁਰਮੁਖਾਂ ਨੇ, ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਪੁਰਖ ਹਨ, ਉਹਨਾਂ ਨੇ ਕਰਾਂ ਉੱਪਰ ਹਰ ਚੇਤਿਆ, ਜਿਹੜਾ ਉੱਪਰ ਇਕਰਾਰ ਕਰਕੇ ਆਏ ਸੀ ਸਤਿਗੁਰੂ ਜੀ ਦੇ ਨਾਲ ਕਿ ਸੰਸਾਰ ਦੇ ਵਿੱਚ ਜਾ ਕਰਕੇ ਮਨੁੱਖਾ ਜਨਮ ਲੈ ਕਰਕੇ ਆਪ ਜੀ ਨੂੰ ਚੇਤਾਂਗੇ। ਹਰ ਚੇਤਿਆ ਕਿ ਆਪ ਜੀ ਦਾ ਨਾਮ ਜਪਾਂਗੇ, ਨਾਮ ਦੇ ਧਾਰਨੀ ਹੋਵਾਂਗੇ, ਸਵਾਸ ਸਵਾਸ ਨਾਮ ਜਪਾਂਗੇ, ਵੰਡ ਕਰਕੇ ਛਕਾਂਗੇ। ਉਹਨਾਂ ਇਕਰਾਰਾਂ ਅਨੁਸਾਰ ਗੁਰਮੁਖ ਜਨਾਂ ਨੇ ਪਰਮੇਸ਼ਰ ਦਾ ਚਿੰਤਨ ਕੀਤਾ, ਸਦਾ ਹੀ ਮਨ ਦੇ ਵਿੱਚ ਨਾਮ ਨੂੰ ਵਸਾ ਕਰਕੇ ਰੱਖਿਆ। ਸੇ ਪਾਏ ਨ ਮੋਖ ਦੁਆਰ, ਉਹਨਾਂ ਨੇ ਮੁਕਤੀ ਦੇ ਦੁਆਰੇ ਨੂੰ, ਮੁਕਤੀ ਦੇ ਦਰਵਾਜ਼ੇ ਨੂੰ, ਗਿਆਨ ਨੂੰ ਪਾਉਣਾ ਕਰ ਲਿਆ। ਨਾਨਕ ਆਪ ਉਹੇ ਉਦਰੇ, ਸਭ ਕੁਟੰਬ ਤਰੇ ਪਰਿਵਾਰ। ਫਿਰ ਜਿਹੜੇ ਐਸੇ ਜਨ ਹਨ, ਉੱਤਮ ਜਨ ਹਨ, ਸਤਿਗੁਰੂ ਜੀ ਕਿਰਪਾ ਕਰਦੇ ਹਨ, ਉਹ ਆਪ ਤਾਂ ਤਰੇ ਹੀ ਹਨ, ਸਭ ਕੁਟੰਬ ਤਰੇ ਪਰਿਵਾਰ। ਜਿਹੜਾ ਕੁਟੰਬ ਹੈ ਉਹਨਾਂ ਦਾ, ਜੋ ਵੀ ਉਹਨਾਂ ਦਾ ਬਚਨ ਮੰਨਣ ਵਾਲੇ ਹਨ, ਜੋ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਕੁਟੰਬ ਹੈ ਸਾਰਾ, ਮਾਤਾ ਪਿਤਾ ਤੋਂ ਵਧਿਆ ਹੋਇਆ ਪਰਿਵਾਰ ਹੈ ਉਹ ਵੀ ਤਰ ਗਿਆ। ਅਤੇ ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਨੂੰ ਮੰਨ ਲੈਣਾ ਕੀਤਾ ਉਹ ਵੀ ਇਸ ਸੰਸਾਰ ਤੋਂ ਤਰ ਗਏ।
ਤੇ ਐਸੇ ਜਨ ਜਿਹੜੇ ਹਨ ਉਹ ਆਪ ਤਰੇ ਹਨ, ਆਪ ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜਿਹੜੇ ਆਪ ਮੁਕਤ ਹਨ ਉਹ ਹੋਰਨਾਂ ਨੂੰ ਵੀ ਅਨੇਕਾਂ ਨੂੰ ਮੁਕਤ ਕਰ ਦਿੰਦੇ ਹਨ। ਸ਼ਬਦ ਮਰੈ ਸੋ ਮੂਆ ਜਾਪੈ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜਾ ਪੁਰਖ ਗੁਰੂ ਦੇ ਉਪਦੇਸ਼ ਦੁਆਰਾ ਜੀਵਤ ਭਾਵ ਵੱਲੋਂ ਮਰਦਾ ਹੈ ਨਾ, ਵੀ ਆਪਣੇ ਆਪ ਨੂੰ ਛੱਡ ਦੇਣਾ, ਤਿਆਗ ਦੇਣਾ, ਸੰਸਾਰ ਦਾ ਮੋਹ ਤਿਆਗ ਕਰਕੇ ਤੇ ਮਨ ਦਾ ਗੁਰਾਂ ਦਾ ਉਪਦੇਸ਼ ਦੁਆਰਾ ਸਤਰੂ ਮਿੱਤਰੂ ਰਾਗ ਦਵੈਸ ਦਾ ਮੰਦਾ ਸੁਭਾਅ ਜਿਹੜਾ ਹੈ ਉਸ ਨੂੰ ਮਾਰ ਦੇਣਾ। ਉਹ ਜੀਵ ਭਾਵ ਤੋਂ ਮਰਿਆ ਹੋਇਆ ਸੰਗਤ ਵਿੱਚ ਜਾਣਿਆ ਜਾ ਸਕਦਾ ਹੈ। ਉਹ ਸੰਸਾਰ ਵੱਲੋਂ ਮਰਿਆ ਹੋਇਆ ਜਾਣਿਆ ਜਾ ਸਕਦਾ ਹੈ, ਕਿਉਂਕਿ ਉਹ ਸੰਸਾਰ ਵੱਲੋਂ ਮਰਿਆ ਤੇ ਵਾਹਿਗੁਰੂ ਵੱਲ ਜਿਉਂਦਾ ਜਾਣਿਆ ਜਾਂਦਾ ਹੈ। ਜੋ ਸ਼ਬਦ ਦੇ ਨਾਲ ਜੁੜਨਾ ਕਰਦਾ ਹੈ, ਸ਼ਬਦ ਦਾ ਧਾਰਨੀ ਹੁੰਦਾ ਹੈ, ਤੇ ਫਿਰ ਜਦੋਂ ਗੁਰੂ ਦੇ ਨਾਲ ਪ੍ਰੀਤ ਲੱਗਦੀ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਿਨ੍ਹਾਂ ਦੀ ਐਸੀ ਸੱਚੀ ਪ੍ਰੀਤ ਸਤਿਗੁਰੂ ਜੀ ਦੇ ਨਾਲ ਲੱਗਦੀ ਹੈ, ਫਿਰ ਭਗਤ ਜੀ ਕਹਿੰਦੇ ਫਿਰ ਅਸੀਂ ਹੋਰਨਾਂ ਨਾਲੋਂ ਤੋੜ ਲਈ ਹੈ। ਇਹ ਸੰਸਾਰ ਦੇ ਲੋਕ ਇਹ ਕਹਿਣ ਲੱਗ ਗਏ ਕਿ ਇਹ ਕੀ ਕਰਨ ਲੱਗ ਗਏ ਹਨ, ਕਿਹੜੇ ਕੰਮ ਦੇ ਵਿੱਚ ਲੱਗ ਗਏ ਹਨ, ਨਾਮ ਜਪਣ ਲੱਗ ਗਏ ਹਨ, ਇਹ ਸੇਵਾ ਦੇ ਵਿੱਚ ਲੱਗ ਗਿਆ ਹੈ। ਇਹ ਤਾਂ ਕਰਮ ਕੀਤੇ, ਆਪਾਂ ਨੂੰ ਪ੍ਰਸ਼ਾਦਾ ਨਹੀਂ, ਰੋਟੀ ਨਹੀਂ ਮਿਲੇਗੀ, ਕਿਸ ਤਰ੍ਹਾਂ ਕੰਮ ਕਾਰ ਚੱਲੇਗਾ। ਕਹਿੰਦੇ ਸਾਰਿਆਂ ਨੇ ਛੱਡ ਦਿੱਤਾ, ਪਰ ਇੱਕ ਵਾਹਿਗੁਰੂ ਦੀ ਪ੍ਰੀਤ ਜਿਹੜੀ ਹੈ, ਜਿਨ੍ਹਾਂ ਨੇ ਸੱਚੀ ਪ੍ਰੀਤ ਲਾਈ ਹੋਈ ਹੈ। ਗੁਰ ਪ੍ਰਸਾਦੀ ਹਰ ਰਸ ਤਰਾਪੈ। ਸਤਿਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਜਿਨ੍ਹਾਂ 'ਤੇ ਹੁੰਦੀ ਹੈ, ਉਸ ਦਾ ਮਨ ਪਰਮੇਸ਼ਰ ਦੇ ਨਾਮ ਨਾਲ ਪ੍ਰੇਮ ਰਸ ਕਰਕੇ ਪੂਰਾ ਤਰਾਪੈ, ਤ੍ਰਿਪਤ ਹੋ ਜਾਂਦਾ ਹੈ। ਜਿਹੜਾ ਸ਼ਬਦ ਦੇ ਨਾਲ ਜੁੜਦਾ ਹੈ, ਹਰ ਦਰਗਹਿ ਗੁਰ ਸ਼ਬਦ ਸੰਜਾਪੈ। ਤੇ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ, ਜਿਹੜੀ ਦਰਗਹਿ ਨਿਆਏ ਸਭਾ ਵਿੱਚ, ਸੱਚਖੰਡ ਰੂਪੀ ਦਰਬਾਰ ਵਿੱਚ ਗੁਰਾਂ ਦੇ ਉਪਦੇਸ਼ ਕਰਕੇ ਸ੍ਰੇਸ਼ਟ ਜਾਣੇ ਜਾਂਦੇ ਹਨ। ਐਸੇ ਜਨ ਜਿਹੜੇ ਹਨ, ਹਰ ਦਰਗਹਿ ਗੁਰ ਸ਼ਬਦ ਸੰਜਾਪੈ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਜਾਣਨਾ ਕੀਤਾ ਹੈ, ਉਹਨਾਂ ਦੀ ਸ੍ਰੇਸ਼ਟ ਮੱਤ ਮੰਨੀ ਜਾਂਦੀ ਹੈ। ਬਿਨ ਸ਼ਬਦੈ ਮੂਆ ਹੈ ਸਭ ਕੋਇ। ਨਹੀਂ ਤਾਂ ਸ਼ਬਦ ਤੋਂ ਬਿਨਾਂ ਇਹ ਸਾਰਾ ਸੰਸਾਰ ਹੀ ਸਤਿਗੁਰੂ ਜੀ ਕਹਿੰਦੇ ਮੋਇਆ ਹੋਇਆ ਹੈ, ਮੋਇਆਂ ਦੇ ਵਾਂਗ ਹੀ ਹੈ। ਨਾ ਇਹਨਾਂ ਦਾ ਜਿਉਂਦਿਆਂ ਦਾ ਕੋਈ ਲਾਹਾ ਹੈ ਤੇ ਨਾ ਮਰਿਆਂ ਦਾ ਲਾਹਾ ਹੈ। ਕਿਉਂਕਿ ਗੁਰੂ ਕੀ ਸੰਗਤ ਤੋਂ, ਗੁਰੂ ਦੇ ਉਪਦੇਸ਼ ਵੱਲੋਂ ਇਹ ਖਤਮ ਹੋਏ ਹਨ। ਮਨਮੁਖ ਮੂਆ ਆਪਣਾ ਜਨਮ ਖੋਏ। ਤੇ ਜਿਹੜਾ ਮਨਮੁਖ ਹੈ ਉਹ ਵੀ ਮਰਿਆ ਪਿਆ ਹੈ, ਤੇ ਆਪਣਾ ਜਿਹੜਾ ਅਮੋੜਕ ਮਨੁੱਖਾ ਜਨਮ ਹੈ ਨਾ, ਵਿਕਾਰਾਂ ਦੇ ਵਿੱਚ, ਝਗੜਿਆਂ ਦੇ ਵਿੱਚ ਤੇ ਨਿਸਫਲੀ ਖੋਏ ਗਵਾ ਕਰਕੇ ਮਨਮੁਖ ਪੁਰਖ ਮਰ ਜਾਂਦਾ ਹੈ, ਇਹ ਸੰਸਾਰ ਤੋਂ ਤੁਰ ਜਾਂਦਾ ਹੈ। ਹਰ ਨਾਮ ਨ ਚੇਤੇ ਅੰਤ ਦੁਖ ਰੋਏ। ਤੇ ਉਹ ਕਦੇ ਵੀ ਹਰੀ ਨਾਮ ਨੂੰ ਨਹੀਂ ਚਿੰਤਨ ਕਰਦਾ, ਚੇਤੇ ਨਹੀਂ ਕਰਦਾ। ਤੇ ਜਦੋਂ ਚੇਤਾ ਨਹੀਂ ਕੀਤਾ, ਕਦੇ ਨਾਮ ਨਹੀਂ ਜਪਿਆ, ਫਿਰ ਅੰਤ ਦੁੱਖ ਰੋਏ। ਜਦੋਂ ਅੰਤ ਦਾ ਸਮਾਂ ਆਉਂਦਾ ਹੈ, ਫਿਰ ਦੁੱਖਾਂ ਦੇ ਵਿੱਚ ਰੋਂਦਾ ਹੈ ਕਿ ਹੁਣ ਕੀ ਕੀਤਾ ਜਾਵੇ। ਨਾਨਕ ਕਰਤਾ ਕਰੇ ਸੋ ਹੋਏ। ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਕਿ ਜੋ ਵੀ ਕਰਤਾ ਰਚਨਹਾਰ ਫਿਰ ਕਰਦਾ ਹੈ, ਉਹ ਹੀ ਤਿੰਨੇ ਕਾਲਾਂ ਦੇ ਵਿੱਚ ਹੁੰਦਾ ਹੈ। ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਕਹਿੰਦੇ ਮਨਮੁਖ ਦਾ ਜਿਹੜਾ ਅੰਤ ਸਮਾਂ ਜਦੋਂ ਬੁਢੇਪਾ ਆਇਆ, ਬੜਾ ਮਾੜਾ ਹੋਇਆ। ਪਰ ਜਿਹੜੇ ਗੁਰਮੁਖ ਹਨ ਉਹ ਕਦੇ ਵੀ ਬੁੱਢੇ ਜਦੋਂ ਹੁੰਦੇ ਹੀ ਨਹੀਂ ਹਨ, ਕਿਉਂਕਿ ਉਮਰ ਦੇ ਅਨੁਸਾਰ ਬੁਢਾਪਾ ਆ ਜਾਣਾ ਉਹ ਇੱਕ ਵੱਖਰੀ ਗੱਲ ਹੈ, ਵੇਖਣ ਨੂੰ ਲੱਗਣਾ ਕਿ ਬੁੱਢੇ, ਪਰ ਉਹਨਾਂ ਦਾ ਜਿਹੜਾ ਮਨ ਹੈ
ਉਹ ਬੁੱਢਾ ਨਹੀਂ ਹੁੰਦਾ। ਕਿਉਂ? ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰੋਂ ਲਿਵ ਜਿਹੜੀ ਸੁਰਤ ਹੈ ਨਾ, ਉਹ ਗਿਆਨ ਦੇ ਨਾਲ, ਨਾਮ ਦੇ ਨਾਲ ਜੁੜੀ ਹੋਈ ਹੈ। ਜਿਨ੍ਹਾਂ ਨੇ ਨਾਮ ਦੇ ਨਾਲ ਜੁੜਨਾ ਕੀਤਾ ਹੈ। ਸਦਾ ਸਦਾ ਹਰ ਗੁਣ ਰਵਹਿ, ਅੰਤਰ ਸਹਿਜ ਧਿਆਨ। ਤੇ ਉਹ ਸਦਾ ਸਦਾ ਹੀ, ਹਮੇਸ਼ਾ, ਹਰ ਸਮੇਂ ਹਰ ਗੁਣ ਰਵੇ, ਹਰੀ ਦੇ ਗੁਣਾਂ ਨੂੰ ਰਵੇ ਉਚਾਰਨ ਕਰਦੇ ਹਨ। ਅੰਤਰ ਸਹਿਜ ਧਿਆਨ, ਅਤੇ ਉਹਨਾਂ ਦੇ ਅੰਤਰ ਹਿਰਦੇ ਦੇ ਵਿੱਚ ਸਹਿਜ ਗਿਆਨ ਸਰੂਪ ਦਾ ਜੋ ਧਿਆਨ ਜੁੜਿਆ ਰਹਿੰਦਾ ਹੈ। ਜਿਸ ਤਰ੍ਹਾਂ ਕਿ ਜੋ ਐਸੇ ਬ੍ਰਹਮ ਗਿਆਨੀ ਸਾਧੂ ਜਨ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਆਪਾਂ ਸਮਾਗਮ ਮਨਾ ਰਹੇ ਹਾਂ, ਸੰਗਤਾਂ ਭੀੜ ਬਾਬਾ ਬੁੱਢਾ ਸਾਹਿਬ ਜਾ ਕਰਕੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ। ਸੰਗਤਾਂ ਥਾਂ ਪਰ ਥਾਂ ਦੇ ਵਿੱਚ ਲੰਗਰ ਲਾ ਕਰਕੇ ਲਾਹਾ ਪ੍ਰਾਪਤ ਕਰ ਰਹੀਆਂ ਹਨ। ਅਤੇ ਜੋ ਐਸੇ ਸਤਿਪੁਰਖ ਹਨ, ਉਹ ਕਦੇ ਵੀ ਬੁੱਢੇ ਨਹੀਂ ਹੁੰਦੇ ਹਨ, ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਸਾਰਾ ਜੀਵਨ ਹੀ ਜਿਨ੍ਹਾਂ ਨੇ ਸੇਵਾ ਸਿਮਰਨ ਦੇ ਵਿੱਚ ਲਾ ਦਿੱਤਾ। ਜ਼ਿੰਦਗੀ ਦੇ ਵਿੱਚੋਂ, ਸਮੇਂ ਦੇ ਵਿੱਚੋਂ 112-13 ਸਾਲ ਜਿਨ੍ਹਾਂ ਨੇ ਗੁਰੂ ਦੀ ਸੇਵਾ ਦੇ ਵਿੱਚ ਲਾ ਕਰਕੇ ਕਦੇ ਵੀ ਹਉਮੈ ਨਹੀਂ ਕੀਤੀ, ਆਪਣੇ ਆਪ ਨੂੰ ਨਹੀਂ ਵੱਡਾ ਜਣਾਇਆ ਕਿ ਮੈਨੂੰ ਇੰਨਾ ਚਿਰ ਸੇਵਾ ਕਰਦਿਆਂ ਹੋ ਗਿਆ ਹੈ। ਅਤੇ 6 ਪਾਤਸ਼ਾਹੀਆਂ ਦੇ ਜਿਨ੍ਹਾਂ ਨੂੰ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅਤੇ ਜੋ ਸਤਿਗੁਰੂ ਜੀ ਨੇ ਬਚਨ ਕਹੇ ਹਨ ਕਿ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਕਿ ਗੁਰਮੁਖ ਜਨ ਕਦੇ ਵੀ ਬੁੱਢੇ ਨਹੀਂ ਹੁੰਦੇ। ਇਹ ਨਹੀਂ ਕਿ ਗੁਰਮੁਖ ਸਰੀਰ ਦੇ ਉੱਤੇ ਜੋ ਬੁਢਾਪਾ ਨਹੀਂ ਆਉਂਦਾ ਹੈ, ਸਰੀਰ ਦੇ ਉੱਤੇ ਤਾਂ ਬੁਢਾਪਾ ਹੋ ਜਾਂਦਾ ਹੈ, ਪਰ ਫਿਰ ਵੀ ਅੰਦਰ ਜਿਹੜੀ ਸੁਰਤ ਹੈ ਨਾ, ਉਹ ਗਿਆਨ ਦੇ ਵਿੱਚ, ਪ੍ਰੇਮ ਦੇ ਵਿੱਚ ਲੱਗੀ ਰਹਿੰਦੀ ਹੈ। ਅਤੇ ਉਹ ਕਦੇ ਵੀ ਜਿਹੜੀ ਉਹਨਾਂ ਦੀ ਸੁਰਤ ਹੈ ਉਹ ਕਮਜ਼ੋਰ ਨਹੀਂ ਹੁੰਦੀ ਹੈ। ਇਸ ਦੀਆਂ ਭਾਵੇਂ ਹੋਰ ਵੀ ਬਹੁਤ ਜ਼ਿਆਦੀਆਂ ਮਿਸਾਲਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਦੀਆਂ ਮਿਲਦੀਆਂ ਹਨ। ਪਰ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਜੀ ਦੀ ਅਵਸਥਾ ਜਿਹੜੀ ਹੈ, ਉਸ ਬਾਰੇ ਪ੍ਰਮਾਣ ਦਿੱਤਾ ਜਾਂਦਾ ਹੈ ਕਿ ਜਿਨ੍ਹਾਂ ਨੇ 12 ਵਰ੍ਹਿਆਂ ਦੀ, 12 ਸਾਲ ਦੀ ਉਮਰ ਵਿੱਚ ਗੁਰੂ ਦਾ ਮਿਲਾਪ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਫਿਰ ਇਹਨਾਂ ਨੇ 6ਵੇਂ ਪਾਤਸ਼ਾਹ ਤੱਕ ਇਹਨਾਂ ਦਾ ਜੋ ਸਰੀਰ ਰਿਹਾ ਹੈ, ਅਤੇ ਜਦੋਂ ਸਮਾਂ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ, ਅਤੇ ਇੱਕ ਦਿਨ 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨਤਾ ਦੇ ਸਹਿਤ ਬਚਨ ਕਰ ਰਹੇ ਹਨ ਕਿ ਬਾਬਾ ਜੀ ਕੋਈ ਹੁਕਮ ਕਰੋ, ਅਤੇ ਅਸੀਂ ਉਹ ਤੁਹਾਡੀ ਜਿਹੜੀ ਯੋਗ ਸੇਵਾ ਹੈ ਉਹ ਅਸੀਂ ਕਰ ਸਕੀਏ। ਕਿਉਂ ਕਿ ਆਪ ਜੀ ਨੇ ਸਾਨੂੰ ਵਿਦਿਆ ਪੜ੍ਹਾਉਣੀ ਕੀਤੀ ਹੈ, ਸਤਿਕਾਰ ਕਰਨਾ ਕੀਤਾ ਹੈ, ਅਤੇ ਆਪ ਜੀ ਨੇ ਵੱਡੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਨ, ਸੇਵਾ ਕੀਤੀ ਹੈ। ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕੀ ਕਹਿਣਾ ਕੀਤਾ ਕਿ ਹੇ ਸੱਚੇ ਪਾਤਸ਼ਾਹ, ਦੁਨੀਆ ਨੂੰ ਤਾਰਨ ਵਾਲਿਓ, ਐਸੀ ਜੇ ਪ੍ਰਸੰਨਤਾ ਦੇ ਘਰ ਦੇ ਵਿੱਚ ਆਏ ਹੋ ਤਾਂ ਇਹ ਬਚਨ ਕਰੋ ਕਿ ਜਦੋਂ ਮੇਰਾ ਸਮਾਂ, ਅੰਤ ਸਮਾਂ ਆਵੇ, ਅੰਤ ਦਾ ਵੇਲਾ ਆਵੇ, ਉਦੋਂ ਜਿੱਥੇ ਵੀ ਮਰਜ਼ੀ ਹੋ ਤਾਂ ਮੈਨੂੰ ਆਪ ਜੀ ਦੇ ਦਰਸ਼ਨ ਦੇ ਹੋਣ, ਆਪ ਜੀ ਸਾਹਮਣੇ ਖੜ੍ਹੇ ਹੋ ਮੇਰੇ। ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਇਹ ਸਾਡਾ ਵਾਅਦਾ ਰਿਹਾ, ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ ਉਦੋਂ ਹੀ ਅਸੀਂ ਤੁਹਾਡੇ ਪਾਸ ਆਵਾਂਗੇ। ਜਦੋਂ ਅੰਤ ਵੇਲੇ ਯਾਦ ਕਰੋਗੇ ਅਤੇ ਅਸੀਂ ਵਿਸ਼ੇਸ਼ ਕਰਕੇ ਤੁਹਾਡੇ ਕੋਲ ਪਹੁੰਚਾਂਗੇ। ਅਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਜਨ 125 ਵਰ੍ਹੇ ਦੀ ਉਮਰ ਵਿੱਚ ਪਹੁੰਚ ਗਏ, ਸਰੀਰ ਤਿਆਗਣ ਦਾ ਸਮਾਂ ਨੇੜੇ ਆਇਆ, ਤਾਂ ਸਤਿਗੁਰੂ ਜੀ ਨੂੰ ਯਾਦ ਕੀਤਾ ਕਿ ਆਪ ਜੀ ਦੇ ਦਾਸ ਨੂੰ ਦਰਸ਼ਨ ਦੇਣਾ ਕਰੋ। ਦਾਸ ਬਣ ਕਰਕੇ ਬੇਨਤੀ ਕੀਤੀ
ਇਹ ਨਹੀਂ ਕਹਿਣਾ ਕੀਤਾ ਕਿ ਮੈਂ ਉਮਰ ਕਰਕੇ ਇੰਨਾ ਵੱਡਾ ਹਾਂ, ਜਾਂ ਮੈਂ ਆਪ ਜੀ ਨੂੰ ਪੜ੍ਹਾਇਆ ਹੈ, ਜਾਂ ਵੱਡੇ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਕੀਤੇ ਹਨ, ਇੰਨੀ ਮੇਰੀ ਸੇਵਾ ਹੈ। ਪਰ ਦਾਸ ਬਣ ਕਰਕੇ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ ਦਰਸ਼ਨ ਦੇਣਾ ਕਰੋ। ਅਤੇ ਮੈਂ ਆਪ ਜੀ ਦੇ ਦਰਸ਼ਨ ਕਰਕੇ, ਆਪ ਜੀ ਤੋਂ ਆਗਿਆ ਲੈ ਕਰਕੇ ਸੱਚਖੰਡ ਨੂੰ ਜਾਣਾ ਹੈ। ਸਤਿਗੁਰੂ ਸਾਹਿਬ ਜੀ ਉਸ ਸਮੇਂ ਹਰਗੋਬਿੰਦਪੁਰੇ ਵਿਖੇ ਬਿਰਾਜਮਾਨ ਸਨ। ਫਿਰ ਬਾਬਾ ਬੁੱਢਾ ਜੀ ਦੇ ਅੰਤਰ ਦੀ ਜੋ ਬਿਰਤੀ ਨੂੰ ਜਾਣ ਕਰਕੇ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 500 ਘੋੜ ਸਵਾਰ ਨੂੰ ਨਾਲ ਲੈ ਕੇ ਰਮਦਾਸ ਵੱਲ ਆਏ ਹਨ। ਅਤੇ ਜਦ ਬਾਬਾ ਬੁੱਢਾ ਜੀ ਨੇ ਅੰਤਰਯਾਮਤਾ ਦੇ ਨਾਲ ਵੇਖਿਆ ਹੈ ਕਿ ਸਤਿਗੁਰੂ ਜੀ ਆ ਰਹੇ ਹਨ, ਭਾਵੇਂ ਸਰੀਰ ਤੁਰਨ ਦੀ ਆਗਿਆ ਨਹੀਂ ਦੇ ਰਿਹਾ, ਪਰ ਫਿਰ ਵੀ ਕਹਿੰਦੇ ਹੱਥ ਦੇ ਵਿੱਚ ਸੋਟੀ ਫੜ ਕਰਕੇ ਜੰਗਲ ਵੱਲ ਨੂੰ ਹੌਲੀ ਹੌਲੀ ਬਾਹਰ ਨੂੰ ਤੁਰ ਪਏ ਹਨ। ਕਿਉਂਕਿ ਸਰੀਰ ਹੀ ਬੁੱਢਾ ਹੋਇਆ ਸੀ, ਪਰ ਸਤਿਗੁਰਾਂ ਦੇ ਲਈ ਪ੍ਰੇਮ, ਸ਼ਰਧਾ, ਵਿਸ਼ਵਾਸ ਅੱਗੇ ਨਾਲੋਂ ਵੀ ਜ਼ਿਆਦੀਆਂ ਠਾਠਾਂ ਮਾਰਦਾ ਸੀ। ਕਹਿੰਦੇ ਸਰੀਰ ਭਾਵੇਂ ਬੁੱਢਾ ਹੈ, ਪਰ ਮਨ ਤਾਂ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੈ। ਜਦੋਂ ਫਿਰ ਮਗਨ ਹੋ ਕਰਕੇ ਜਦੋਂ ਬਾਬਾ ਜੀ ਅੱਗੋਂ ਚੱਲ ਕਰਕੇ ਆਏ ਹਨ ਅਤੇ ਬਾਹਰ ਆ ਕਰਕੇ ਸਮਾਧੀ ਦੇ ਵਿੱਚ ਬੈਠ ਗਏ ਹਨ, ਸਤਿਗੁਰੂ ਜੀ ਨੂੰ ਯਾਦ ਕਰ ਰਹੇ ਹਨ, ਤਾਂ ਗੁਰੂ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਕੋਲ ਪਹੁੰਚੇ। ਘੋੜੇ ਤੋਂ ਉਤਰ ਕੇ ਬਾਬਾ ਜੀ ਨੂੰ ਸਮਾਧੀ ਦੇ ਵਿੱਚੋਂ ਉਠਾ ਕਰਕੇ ਬ੍ਰਹਮ ਗਿਆਨੀ ਸੰਤ ਬਾਬਾ ਬੁੱਢਾ ਸਾਹਿਬ ਜੀ, ਇਹਨਾਂ ਨੇ ਫਿਰ ਨਮਸਕਾਰ ਕੀਤੀ ਅਤੇ ਆਪਣੇ ਨਿਵਾਸ ਸਥਾਨ 'ਤੇ ਲੈ ਕਰਕੇ ਸਤਿਗੁਰੂ ਜੀ ਦੇ ਨਾਲ ਪਹੁੰਚ ਗਏ ਹਨ। ਪ੍ਰਸ਼ਾਦਾ ਛਕ ਕਰਕੇ ਸੰਗਤ ਸਮੇਤ ਸਾਰੀ ਰਾਤ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀਆਂ ਵਿਸ਼ੇਸ਼ ਕਰਕੇ ਸਾਖੀਆਂ ਜੋ ਗੁਰੂ ਸਾਹਿਬ ਜੀ ਸੁਣਦੇ ਰਹੇ ਹਨ ਅਤੇ ਬਾਬਾ ਬੁੱਢਾ ਸਾਹਿਬ ਜੀ ਸੁਣਾਉਂਦੇ ਰਹੇ ਹਨ। ਜਿਵੇਂ ਪਹਿਲੇ ਗੁਰਾਂ ਦੀ ਸਿੱਖੀ ਪਰਖਣ ਦੀ ਕਸਵੱਟੀ ਵਾਲੇ ਬਚਨ ਭਾਈ ਲਹਿਣੇ ਜੀ ਵਾਲੇ, ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਕਿਸ ਤਰ੍ਹਾਂ ਉਹ ਬਣੇ, ਫਿਰ ਦੂਸਰੇ ਪਾਤਸ਼ਾਹ, ਤੀਸਰੇ ਪਾਤਸ਼ਾਹ, ਚੌਥੇ ਅਤੇ ਪੰਜਵੇਂ ਪਾਤਸ਼ਾਹ ਦੇ ਜਾਮੇ ਦੀਆਂ ਕਥਾ ਕਹਾਣੀਆਂ ਸੁਣਾਉਂਦਿਆਂ ਰਾਤ ਦੇ ਕਹਿੰਦੇ 3 ਪਹਿਰ ਬਤੀਤ ਹੋ ਗਏ। ਅਤੇ ਫਿਰ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਨੂੰ ਕਹਿਣਾ ਕੀਤਾ, ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜੋ ਮੇਰੀ ਤਿਆਰੀ ਹੈ ਇਸ ਸੰਸਾਰ ਤੋਂ ਜਾਣ ਦੀ, ਮੈਨੂੰ ਆਗਿਆ ਬਖਸ਼ੋ। ਤਾਂ ਉੱਠ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਇਸ਼ਨਾਨ ਕੀਤਾ, ਗੁਰੂ ਸਾਹਿਬ ਜੀ ਨੇ ਵੀ ਇਸ਼ਨਾਨ ਕੀਤਾ, ਬਾਕੀ ਸੰਗਤਾਂ ਨੇ ਇਸ਼ਨਾਨ ਪਾਣੀ ਕੀਤਾ। ਬਾਬਾ ਬੁੱਢਾ ਜੀ ਨੇ ਇਸ਼ਨਾਨ ਕਰਕੇ ਸਤਿਗੁਰਾਂ ਜੀ ਦੇ ਕੋਲ ਬੈਠ ਕਰਕੇ ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ ਕੀਤਾ, ਫਿਰ ਸੁਖਮਨੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਕੇ ਸਤਿਗੁਰੂ ਜੀ ਦਾ ਧਿਆਨ ਧਰ ਕੇ ਫਿਰ ਅਰਦਾਸ ਕੀਤੀ। ਫਿਰ 6ਵੇਂ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਜੀਵਨ ਕਾਲ ਦੇ ਵਿੱਚ ਹੋਈਆਂ ਬੇਅੰਤ ਭੁੱਲਾਂ ਜਿਹੜੀਆਂ ਹਨ ਉਹ ਆਪ ਜੀ ਨੇ ਕਿਰਪਾ ਕਰਕੇ ਮੁਆਫ ਕਰ ਦੇਣੀਆਂ। ਅਤੇ ਨਾਲ ਦੀ ਨਾਲ ਜੋ ਬਾਬਾ ਬੁੱਢਾ ਸਾਹਿਬ ਜੀ ਦਾ ਪੁੱਤਰ ਜਿਨ੍ਹਾਂ ਦਾ ਨਾਮ ਭਾਨਾ ਸੀ, ਭਾਨੇ ਦੀ ਬਾਂਹ ਸਤਿਗੁਰਾਂ ਦੇ ਹੱਥ ਦੇ ਵਿੱਚ ਫੜਾ ਕਰਕੇ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ, ਜਿਵੇਂ ਲੰਮਾ ਸਮਾਂ ਮੇਰੀ ਸਿੱਖੀ ਨਿਭੀ ਹੈ, ਇਸੇ ਤਰ੍ਹਾਂ ਹੀ ਮੇਰੇ ਪੁੱਤਰ ਭਾਨੇ ਦੀ, ਭਾਵ ਸਾਡੀ ਵੰਸ਼ ਦੀ, ਪਰਿਵਾਰ ਦੀ ਜਿਹੜੀ ਹੈ ਉਹ ਸਿੱਖੀ ਨਿਭ ਜਾਵੇ। ਤਾਂ ਗੁਰੂ ਸਾਹਿਬ ਜੀ ਨੇ ਬਚਨ ਕਿਹਾ ਕਿ ਬਾਬਾ ਬੁੱਢਾ ਜੀ, ਤੁਸੀਂ ਕਦੇ ਵੀ ਨਹੀਂ ਸੋਚਿਆ ਕਿ ਇਹ ਮੇਰੇ ਬਚਨਾਂ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਪੈਦਾ ਹੋਏ ਹਨ। ਜੋ ਭਾਵਨਾ ਤੁਸੀਂ ਗੁਰੂ ਨਾਨਕ ਦੇਵ ਜੀ 'ਤੇ ਰੱਖੀ ਸੀ, ਉਹੋ ਹੀ ਸਾਡੇ ਸਰੂਪ ਉੱਤੇ ਰੱਖੀ ਹੈ। ਉਹੋ ਹੀ ਗੁਰਤਾ ਗੱਦੀ 'ਤੇ ਬਿਰਾਜਣ ਵੇਲੇ ਮੇਰੇ ਤੱਕ ਸਾਰੇ ਸਰੂਪਾਂ 'ਤੇ ਰੱਖਣਾ ਕੀਤੀ ਕਿ ਜਿਵੇਂ ਤੁਸੀਂ ਪਹਿਲੇ 5 ਸਰੂਪਾਂ 'ਤੇ
ਪੰਜਾਂ ਸਤਿਗੁਰੂ ਸਾਹਿਬ ਤੇ ਪੰਜਾਂ ਗੁਰੂਆਂ ਤੇ ਨਿਸ਼ਚਾ ਵਿਸ਼ਵਾਸ ਰੱਖਿਆ, ਉਹੀ ਸਾਡੇ ਤੇ ਰੱਖਣਾ ਕੀਤਾ ਹੈ। ਕਦੇ ਵੀ ਇਹ ਨਹੀਂ ਜਾਣਿਆ ਕਿ ਇਹਨਾਂ ਨੂੰ ਹੱਥਾਂ ਦੇ ਨਾਲ ਪਾਲਣਾ ਕੀਤਾ ਹੈ। ਮੇਰੇ ਦੇਖਣ ਦੇ ਵਿੱਚ ਵੱਡੇ ਹੋਏ ਹਨ, ਮੇਰੇ ਸਮੇਂ ਦੇ ਵਿੱਚ ਹੀ ਇਹ ਗੁਰਤਾ ਗੱਦੀ 'ਤੇ ਬੈਠੇ ਹਨ। ਹੱਥੀਂ ਗੁਰਤਾ ਗੱਦੀ 'ਤੇ ਬਿਠਾਉਣਾ ਕੀਤਾ ਹੈ। ਐਸਾ ਪ੍ਰੇਮ ਆਪ ਜੀ ਨੇ ਕਰਨਾ ਕੀਤਾ ਹੈ ਕਿ ਉਹ ਪੂਰੇ ਦਾ ਪੂਰਾ ਸਤਿਕਾਰ ਜੋ ਹੈ ਉਸੇ ਤਰ੍ਹਾਂ ਆਪ ਜੀ ਨੇ ਕਾਇਮ ਰੱਖਿਆ ਹੈ। ਇਹ ਹੈ ਆਪ ਜੀ ਦੇ ਵੱਡ ਪੁਣੇ ਦੀ ਨਿਸ਼ਾਨੀ, ਇਹ ਹੀ ਆਪ ਜੀ ਦੇ ਵੱਡਿਆਂ ਦੇ ਗੁਣ ਹਨ। ਅਤੇ ਇਸ ਕਰਕੇ ਜਿਹੜੇ ਗੁਰਮੁਖ ਹਨ ਉਹ ਕਦੇ ਬੁੱਢੇ ਨਹੀਂ ਹੁੰਦੇ ਹਨ। ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਸੁਰਤ ਦੇ ਵਿੱਚ ਗਿਆਨ ਪਦਾਰਥ ਹੈ ਜੋ ਉਹ ਵਸਿਆ ਹੋਇਆ ਹੈ, ਨਾਮ ਵਸਿਆ ਹੋਇਆ ਹੈ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸ਼ਰਧਾ ਪ੍ਰੇਮ ਪਿਆਰ ਗੁਰੂ ਜੀ ਦਾ ਵਸਿਆ ਹੋਇਆ ਹੈ, ਉਹ ਸਦਾ ਸਦਾ ਹਰ ਗੁਣ ਰਵੇ ਅੰਤਰ ਸਹਿਜ ਧਿਆਨ। ਹੋਏ ਸਦਾ ਆਨੰਦ ਵਿਵੇਕ ਰਹੇ, ਦੁਖ ਸੁਖ ਏਕ ਸਮਾਨ। ਫਿਰ ਐਸੇ ਪੁਰਖ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਉਹ ਸਦਾ ਆਨੰਦ ਵਿਵੇਕ ਰਹੇ। ਉਹ ਗੁਰਮੁਖ ਜਨ ਹਮੇਸ਼ਾ ਆਨੰਦ ਸੁਖ ਸਰੂਪ ਦੇ ਵਿੱਚ ਹੀ, ਗਿਆਨ ਵਿੱਚ ਹੀ ਜੁੜੇ ਰਹਿੰਦੇ ਹਨ, ਵਿਵੇਕ ਗਿਆਨ ਦੇ ਵਿੱਚ ਜੁੜੇ ਰਹਿੰਦੇ ਹਨ। ਅਤੇ ਦੁੱਖ ਸੁੱਖ ਏਕ ਸਮਾਨ। ਜੇ ਸੁੱਖ ਦਾ ਸਮਾਂ ਹੈ ਜਾਂ ਦੁੱਖ ਦਾ ਸਮਾਂ ਹੈ, ਉਹ ਇੱਕ ਸਮਾਨ ਹੀ ਰਹਿੰਦੇ ਹਨ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਜਦੋਂ ਸਰੀਰ ਤਕੜਾ ਸੀ ਉਦੋਂ ਵੀ ਉਹ ਅਵਸਥਾ, ਅਤੇ ਜਦੋਂ ਵਡੇਪਾ ਆਇਆ ਉਦੋਂ ਵੀ ਉਸੇ ਅਵਸਥਾ ਦੇ ਵਿੱਚ ਹੀ ਉਹਨਾਂ ਨੇ ਰਹਿਣਾ ਕੀਤਾ। ਤਿਨਾ ਨਦਰੀ ਇੱਕੋ ਆਇਆ, ਸਭ ਆਤਮ ਰਾਮ ਪਛਾਣ। ਉਹਨਾਂ ਨੂੰ ਆਪਣੀ ਨਜ਼ਰ ਦੇ ਵਿੱਚ, ਜੋ ਨਜ਼ਰ ਦੇ ਵਿੱਚ ਇੱਕੋ ਅਕਾਲ ਪੁਰਖ ਹੀ ਸਾਰੇ ਪਾਸੇ ਆਇਆ ਹੈ। ਸਭ ਆਤਮ ਰਾਮ ਪਛਾਣ। ਸਾਰੇ ਪਾਸੇ ਉਹਨਾਂ ਨੇ ਜੋ ਆਤਮ ਰਾਮ ਹੈ ਉਸ ਨੂੰ ਪਛਾਣਿਆ ਹੈ। ਉਹਨਾਂ ਨੇ ਸਾਰਿਆਂ ਵਿੱਚ ਆਪਣਾ ਆਪ, ਜੋ ਆਪਣੇ ਆਪ ਤੋਂ ਰਮਿਆ ਹੋਇਆ ਰਾਮ ਹੈ, ਉਸ ਨੂੰ ਪਛਾਣਨਾ ਕੀਤਾ ਹੈ। ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ। ਅਤੇ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜੇ ਮਨਮੁਖ ਹਨ ਉਹਨਾਂ ਦੀ ਬੁੱਧੀ ਐਸੀ ਹੈ, ਉਹ ਬਾਲਕਾਂ ਵਰਗੇ ਅਤੇ ਬਿਰਧਾਂ ਦੇ ਸਮਾਨ ਹਨ, ਜਿਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਦਾ, ਜਿਨ੍ਹਾਂ ਨੇ ਕਦੇ ਵੀ ਜਿਨ ਅੰਤਰ ਹਰ ਸੁਰਤ ਨਾਹੀ, ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਨਾਮ ਦੀ ਪ੍ਰੀਤੀ ਨਹੀਂ ਹੈ। ਵਿੱਚ ਹਉਮੈ ਕਰਮ ਕਮਾਵਦੇ, ਸਭ ਧਰਮ ਰਾਏ ਕਹਿ ਜਾਹੀ। ਉਹ ਹਉਮੈ ਦੇ ਵਿੱਚ ਹੀ, ਹੰਕਾਰ ਦੇ ਵਿੱਚ ਹੀ ਕਰਮ ਕਰਦੇ ਫਿਰਦੇ ਹਨ, ਜਿਨ੍ਹਾਂ ਦਾ ਸਾਰਾ ਲੇਖਾ ਧਰਮ ਰਾਏ ਦੇ ਘਰ ਦੇ ਵਿੱਚ ਲਿਖਿਆ ਜਾਂਦਾ ਹੈ। ਗੁਰਮੁਖ ਹੱਛੇ ਨਿਰਮਲੇ, ਗੁਰ ਕੈ ਸ਼ਬਦ ਸੁਭਾਏ। ਜਿਹੜੇ ਗੁਰਮੁਖ ਹਨ ਉਹ ਅੱਛੇ ਚੰਗੇ ਹਨ, ਨਿਰਮਲੇ ਹਨ, ਪਵਿੱਤਰ ਹਨ, ਗੁਰ ਕੈ ਸ਼ਬਦ ਸੁਭਾਏ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਗੁਰੂ ਕਾ ਸ਼ਬਦ ਵਸਿਆ ਹੈ। ਉਹਨਾਂ ਨੇ ਗੁਰੂ ਦੇ ਉਪਦੇਸ਼ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਸੁਭਾਏ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਇਆ ਹੈ, ਚਾਨਣ ਹੋਇਆ ਹੈ। ਉਹਨਾਂ ਮੈਲ ਪਤੰਗ ਨਾ ਲੱਗਈ, ਜੇ ਚੱਲਣ ਸਤਿਗੁਰ ਭਾਏ। ਜਿਹੜੇ ਪੁਰਖ ਸੱਚੇ ਸਤਿਗੁਰੂ ਦੇ ਅਨੁਸਾਰ ਹੋ ਕੇ ਚੱਲਦੇ ਹਨ, ਉਹਨਾਂ ਨੂੰ ਪਤੰਗ ਰੰਚਕ ਮਾਤਰ ਵੀ ਪਾਪਾਂ ਰੂਪੀ ਜਿਹੜੀ ਮੈਲ ਨਹੀਂ ਲੱਗਦੀ। ਉਹਨਾਂ ਦੇ ਪਤੰਗ ਜੋ ਸਰੀਰ ਨੂੰ ਮੈਲ ਨਹੀਂ ਲੱਗਦੀ, ਉਹਨਾਂ ਦੇ ਜੀਵਨ ਸੂਰਜ ਵਾਂਗੂ ਗਿਆਨ ਰੂਪੀ ਪ੍ਰਕਾਸ਼ ਵਾਲਾ ਦਿਸਦਾ ਹੈ, ਐਸਾ ਹੁੰਦਾ ਹੈ। ਇਸੇ ਕਰਕੇ ਉਹਨਾਂ ਨੂੰ ਪਾਪਾਂ ਰੂਪੀ ਮੈਲ ਨਹੀਂ ਲੱਗਦੀ। ਮਨਮੁਖ ਝੂਠ ਨਾ ਉਤਰੈ, ਜੇ ਸੋ ਧੋਵਨ ਪਾਏ। ਮਨਮੁਖ ਪੁਰਖਾਂ ਦੀ ਅਵਿਦਿਆ, ਝੂਠ ਬੋਲਣ, ਪਰਾਈ ਨਿੰਦਿਆ, ਰਾਗ ਦਵੈਖ ਔਗਣਾਂ ਦੀ ਝੂਠ ਜਿਹੜੀ ਹੈ ਉਹ ਨਹੀਂ ਉਤਰਦੀ ਹੈ। ਜੇਕਰ ਉਹ ਚਾਹੁਣ ਕਿ ਸੈਂਕੜੇ ਵਾਰੀ ਵੀ ਧੋਣਾ ਕਰਨ, ਆਪਣੇ ਆਪ ਨੂੰ ਚੰਗਾ ਕਹਿਣਾ ਕਰਨ ਕਿ ਮੈਂ ਬੜਾ ਚੰਗਾ ਹਾਂ, ਵਾਰ ਵਾਰ ਆਪਣੇ ਆਪ ਨੂੰ
ਚੰਗਾ ਬਣਾਉਣ ਦੀ ਕੋਸ਼ਿਸ਼ ਕਰਨ। ਇਸ ਤਰ੍ਹਾਂ ਨਹੀਂ ਹੈ। ਕਹਿੰਦੇ ਭਾਵੇਂ ਆਪਣੇ ਮਨ ਦੀ ਮੱਤ ਕਰਕੇ ਉਹ ਤੀਰਥਾਂ ਉੱਤੇ ਜਾ ਕੇ ਵੀ ਸਰੀਰ ਨੂੰ ਧੋਣਾ ਕਰਦੇ ਹਨ, ਫਿਰ ਵੀ ਕੋਈ ਲਾਹਾ ਪ੍ਰਾਪਤ ਨਹੀਂ ਹੁੰਦਾ ਹੈ। ਨਾਨਕ ਗੁਰਮੁਖ ਮੇਲਿਆਨ ਗੁਰ ਕੈ ਅੰਕ ਸਮਾਏ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਨਾਮ ਦੀ ਮੋਹਰ ਲਾ ਕਰਕੇ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਗੁਰਮੁਖ ਜਨਾਂ ਨੂੰ ਪਰਮੇਸ਼ਰ ਨੇ ਗੁਰਾਂ ਦੁਆਰਾ ਆਪਣੇ ਸਰੂਪ ਨਾਲ ਮੇਲ ਲੈਣਾ ਕੀਤਾ ਹੈ, ਜਿਹੜੇ ਹਰ ਵਕਤ ਸਤਿਗੁਰਾਂ ਦੇ ਪ੍ਰੇਮ ਵਿੱਚ ਸਮਾਏ ਲੀਨ ਹੋਏ ਰਹਿੰਦੇ ਹਨ, ਉਹਨਾਂ ਦਾ ਇਸ ਸੰਸਾਰ 'ਤੇ ਆਇਆ ਹੋਇਆ ਸਫਲ ਹੋ ਜਾਂਦਾ ਹੈ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ। ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਜਪਣਾ ਕੀਤਾ ਹੈ, ਉਹਨਾਂ ਦਾ ਆਇਆ ਹੋਇਆ ਗੁਰਮੁਖ ਜਨਾਂ ਦਾ, ਸਾਧੂ ਮਹਾਂਪੁਰਖਾਂ ਦਾ ਸਫਲ ਹੋ ਜਾਂਦਾ ਹੈ। ਸੋ ਸਤਿਗੁਰੂ ਜੀ ਦੀ ਪਾਵਨ ਤੁਰ ਕੀ ਗੁਰਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਕਿਰਪਾ ਕਰਕੇ ਬਖਸ਼ ਦੇਣਾ ਜੀ। ਮਨ ਮੁਖ ਝੂਠ ਨ ਉਤਰੈ, ਜੇ ਸੋ ਧੋਵਣ ਪਾਏ। ਨਾਨਕ ਗੁਰਮੁਖ ਮੇਲਿਆਨ ਗੁਰ ਕੈ ਅੰਕ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।